है पंजाब करां की तेरी, है पंजाब करां की सिफ्त तेरी, पंजाब करां की सिफ्त तेरी, शाना दे सब सामान तेरे, जल कौन तेरा हरियाल तेरी, दरिया पर्वत मैदान तेरे। पंजाब दर्शन विच आप सारिਆਂ ਦਾ ਸਵਾਗਤ है। ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਕਰਨ ਜਾ ਰਹੇ ਹਾਂ। ਇਹਦੇ ਲਈ ਅਸੀਂ ਬੇਨਤੀ ਕੀਤੀ ਸੀ ਆਪਣੇ ਬਹੁਤ ਸਤਿਕਾਰਯੋਗ ਡਾਕਟਰ ਹਰਜੀਤ ਸਿੰਘ ਗਿੱਲ ਜੀ ਨੂੰ ਕਿ ਉਹ ਸਾਨੂੰ ਆਪਣੇ ਪਹਿਲੇ ਲੈਕਚਰ ਦੇ ਨਾਲ ਨਿਵਾਜਣ। ਡਾਕਟਰ ਹਰਜੀਤ ਸਿੰਘ ਗਿੱਲ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ ਹੈਗੇ। ਕੋਈ ਉਹਨਾਂ ਨੂੰ ਪਟਿਆਲੇ ਵਾਲੇ ਜਾਣਦਾ, ਕੋਈ JNU ਵਾਲੇ, ਕੋਈ ਉਹਨਾਂ ਨੂੰ ਭਾਸ਼ਾ ਵਿਗਿਆਨੀ ਦੇ ਤੌਰ ਤੇ ਜਾਣਦਾ, ਔਰ ਕੋਈ ਉਹਨਾਂ ਨੂੰ ਸਮਿਓਟਿਕਸ ਦੇ ਤੌਰ ਤੇ ਇੱਕ ਵਿਦਵਾਨ ਦੇ ਤੌਰ ਤੇ ਜਾਣਦਾ। ਉਹਨਾਂ ਨੇ ਪੰਜਾਬੀ ਦੇ ਪਿਤਾਮਾ ਡਾਕਟਰ ਮੋਹਨ ਸਿੰਘ ਦੀਵਾਨਾ ਦੇ ਬਹੁਤ ਚਹੇਤੇ ਵਿਦਿਆਰਥੀ ਰਹੇ ਉਹ, ਔਰ ਉਹ ਤੋਂ ਬਾਅਦ ਉਹਨਾਂ ਨੇ ਫਰਾਂਸ ਦੇ ਵਿੱਚ ਉੱਚਤਮ ਸਿੱਖਿਆ ਹਾਸਲ ਕੀਤੀ। ਔਰ ਇੱਕ ਉਹਨਾਂ ਦੇ ਬਾਰੇ ਗੱਲ ਕਹੀ ਜਾਂਦੀ ਹੈ ਕਿ ਫ੍ਰੈਂਚ ਵਿੱਚ ਲਿਖੀ ਹੋਈ ਕਿਤਾਬ ਸਾਹਿਤ ਸਿਧਾਂਤ ਜਾਂ ਫਲਸਫੇ ਦੀ ਕਿਤਾਬ ਉਹ ਅੰਗਰੇਜ਼ੀ ਵਿੱਚ 20-25 ਸਾਲ ਬਾਅਦ ਛਪਦੀ ਹੈ, ਔਰ ਉਹ ਤੋਂ 25-30 ਸਾਲ ਬਾਅਦ ਪੰਜਾਬੀ ਵਿੱਚ ਛਪਦੀ ਹੈ। ਲੇਕਿਨ ਡਾਕਟਰ ਹਰਜੀਤ ਸਿੰਘ ਗਿੱਲ ਜੀ ਉਹ ਗਿਆਨ ਫਰਾਂਸ ਦਾ ਹਿੰਦੁਸਤਾਨ ਵਿੱਚ ਸਿੱਧਾ ਹੀ ਲੈ ਆਏ ਸੀਗੇ, ਔਰ ਅੰਗਰੇਜ਼ੀ ਵਿੱਚ ਬਾਅਦ ਵਿੱਚ ਗਿਆ, ਔਰ ਹਿੰਦੁਸਤਾਨ ਵਿੱਚ ਉਹ ਪਹਿਲਾਂ ਆ ਗਿਆ। ਔਰ ਜੇ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਭਾਸ਼ਾ ਵਿਗਿਆਨ ਦੀ ਗੱਲ ਜਾਂ ਸਿਮਿਓਟਿਕਸ ਦੀ ਗੱਲ ਉਹ ਡਾਕਟਰ ਹਰਜੀਤ ਸਿੰਘ ਗਿੱਲ ਜੀ ਦੇ ਕਰਕੇ ਆਰੰਭ ਹੋਈ। ਔਰ ਮੈਨੂੰ ਇਸ ਗੱਲ ਦਾ ਹੈਰਾਨੀ ਹੁੰਦੀ ਹੈ ਕਿ ਉਹਨਾਂ ਦੇ ਅਧਿਆਪਕ ਡਾਕਟਰ ਮੋਹਨ ਸਿੰਘ ਦੀਵਾਨਾ, ਉਹਨਾਂ ਦੇ ਫਰਜ਼ੰਦ ਪ੍ਰੋਫੈਸਰ JPS ਓਬਰਾਏ, ਉਹਨਾਂ ਨੇ ਆਪਣੀ ਕਿਤਾਬ ਲਿਖੀ ਜਿਹੜੀ ਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਛਪੀ ਹੋਈ ਆ। ਉਸ ਕਿਤਾਬ ਦੀ ਭੂਮਿਕਾ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਸਿਮਿਓਟਿਕਸ ਦੀ ਜਿਹੜੀ ਆ ਸਿੱਖਿਆ ਇਹ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਜੀ ਤੋਂ ਪ੍ਰਾਪਤ ਕੀਤੀ, ਔਰ ਇਹ ਸਾਡੇ ਲਈ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ। ਡਾਕਟਰ ਸਾਹਿਬ ਦਾ ਇਹਨਾਂ ਨੂੰ ਜੇ ਸੁਭਾਅ ਦੇ ਪੱਖੋਂ ਮੈਂ ਬਹੁਤ ਨੇੜਿਓਂ ਦੇਖਿਆ। ਪੰਜਾਬੀ ਦੇ ਵਿਦਵਾਨਾਂ ਵਿੱਚ ਬਹੁਤ ਬੇਪਰਵਾਹ ਕਿਸਮ ਦੇ ਇਨਸਾਨ ਹਨ ਪ੍ਰੋਫੈਸਰ ਸਾਹਿਬ। ਇੰਨੀ ਬੇਪਰਵਾਹੀ ਫਕੀਰਾਂ ਵਿੱਚ ਹੀ ਹੁੰਦੀ ਹੈ, ਦਰਵੇਸ਼ਾਂ ਵਿੱਚ ਹੀ ਹੁੰਦੀ ਹੈ। ਔਰ ਮੈਂ ਜਦੋਂ ਵੀ ਡਾਕਟਰ ਸਾਹਿਬ ਦੇ ਦਰਸ਼ਨ ਕਰੀਦੇ ਆ ਅਤੇ ਇਹਨਾਂ ਦੇ ਕੋਲ ਘੜੀ ਲਾ ਕੇ ਜਾਈਦਾ ਅਤੇ ਪਤਾ ਨਹੀਂ ਹੁੰਦਾ ਵੀ ਉਹ ਡਾਕਟਰ ਸਾਹਿਬ ਦਾ ਵਿਖਿਆਨ ਉਹ ਇੰਨਾ ਫੈਲ ਜਾਣਾ ਹੈ ਸਾਰੇ ਵਿਸ਼ਵ ਦੇ ਗਿਆਨ ਤੱਕ ਕਿ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਕਿੰਨਾ ਹੋ ਗਿਆ। ਅੱਜ ਵੀ ਮੈਂ ਆਪਣੇ ਇਹਨਾਂ ਪੰਜਾਬ ਦਰਸ਼ਨ ਦੇ ਦਰਸ਼ਕਾਂ ਨੂੰ, ਦੋਸਤਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਡਾਕਟਰ ਸਾਹਿਬ ਨੂੰ ਅਸੀਂ ਘੜੀਆਂ ਲਾ ਕੇ ਸੁਣਾਂਗੇ। ਪੰਜਾਬ ਦੀ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਵਿੱਚ ਜੇ ਇੱਕ ਬਹੁਤ ਸਹੀ ਮਾਇਨੇ ਦੇ ਵਿੱਚ ਜੇ ਅਸੀਂ ਇੱਕ ਚੀਜ਼ ਮਿਸ ਕਰ ਰਹੇ ਹਾਂ ਉਹ ਹੈ ਕਿ ਪੰਜਾਬ ਵਿੱਚ ਸਾਂਝੀਵਾਲਤਾ, ਸਰਬੱਤ ਦਾ ਭਲਾ ਉਹ ਸਾਨੂੰ ਹੁਣ ਬਹੁਤ ਘੱਟ ਨਜ਼ਰ ਆਉਂਦਾ। ਔਰ ਖ਼ਾਸ ਤੌਰ ਦੇ ਉੱਤੇ ਸਾਡੇ ਇਮੋਸ਼ਨਲ ਬੌਂਡ, ਸਾਡੀਆਂ ਭਾਵਨਾਤਮਕ ਸਾਂਝਾਂ ਜਿਹੜੀਆਂ ਉਹ ਟੁੱਟਦੀਆਂ ਜਾ ਰਹੀਆਂ। ਔਰ ਜਦੋਂ ਕਿਸੇ ਸਮਾਜ ਵਿੱਚੋਂ ਭਾਵਨਾਤਮਕ ਸਾਂਝਾਂ ਜਾਂ ਸੰਵੇਦਨਸ਼ੀਲਤਾ ਖਤਮ ਹੁੰਦੀ ਆ ਤਾਂ ਸਾਡਾ ਇਸਤਰੀ ਮਨ ਉਹਨੂੰ ਬਹੁਤ ਪਹਿਲਾਂ ਨੋਟ ਕਰ ਲੈਂਦਾ ਉਹਨੂੰ
ਪੰਜਾਬ ਦੀ ਇੱਕ ਕਵਿੱਤਰੀ ਮਨਜੀਤ ਇੰਦਰਾ ਨੇ ਕਵਿਤਾ ਲਿਖੀ ਸੀ, ਨਾ ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ। ਔਰ ਇਹ 30-35 ਸਾਲ ਪਹਿਲਾਂ ਉਹਨਾਂ ਨੇ ਇਹ ਕਵਿਤਾ ਲਿਖੀ ਸੀ। ਔਰ ਮੈਂ ਸਮਝਦਾ ਵੀ ਉਹਨਾਂ ਨੇ ਕਿੰਨਾ ਪਹਿਲਾਂ ਇਹ ਪੰਜਾਬ ਨੂੰ ਭਾਂਪ ਲਿਆ ਸੀਗਾ ਵੀ ਸਾਡੀ ਸਮਾਜਿਕਤਾ ਵਿੱਚੋਂ ਕੀ ਖਾਰਜ ਹੋ ਰਿਹਾ, ਕੀ ਘਟ ਰਿਹਾ। ਅਸੀਂ ਆਪਣੇ ਇਸ ਪ੍ਰੋਗਰਾਮ ਦਾ ਜਿਹੜਾ ਲੋਗੋ ਬਣਾਇਆ ਪੰਜਾਬ ਦਰਸ਼ਨ ਦਾ, ਉਹਦੇ ਵਿੱਚ ਵੀ ਅਸੀਂ ਇੱਕ ਆਲਾ ਬਣਾਇਆ ਜਿਹਨੂੰ ਨਿਸ਼ ਕਹਿੰਦੇ ਆ, ਔਰ ਉਹਦੇ ਵਿੱਚ ਇੱਕ ਚਿਰਾਗ ਬਾਲਿਆ। ਤੇ ਸਾਡਾ ਇਹ ਸੰਕੇਤ ਹੈ ਕਿ ਪੰਜਾਬ ਦੇ ਵਿੱਚ ਅਸੀਂ ਉਹ ਭਾਵਨਾਵਾਂ ਦੇ ਚਿਰਾਗ ਬਾਲਾਂਗੇ ਕਿ ਅਸੀਂ ਮੁੜ ਕੇ ਫਿਰ ਅਸੀਂ ਇੱਕ ਹੋ ਸਕੀਏ, ਔਰ ਸਾਡੀ ਸਮਾਜਿਕ ਏਕਤਾ, ਸਾਂਝੀਵਾਲਤਾ ਦੇ ਸਰਬੱਤ ਦੇ ਭਲੇ ਦਾ ਜਿਹੜਾ ਸਾਡਾ ਮਕਸਦ ਜਿਹੜਾ ਹੈਗਾ, ਇਹਦੇ ਨਾਲ ਅਸੀਂ ਵਿਖਰੇ ਹੋਏ ਪੰਜਾਬ ਨੂੰ, ਟੁੱਟੇ ਹੋਏ ਪੰਜਾਬ ਨੂੰ, ਖਿੰਡੇ ਹੋਏ ਪੰਜਾਬ ਨੂੰ ਭਾਵਨਾਤਮਕ ਤੌਰ 'ਤੇ ਅਸੀਂ ਇੱਕ ਕਰ ਸਕਾਂਗੇ। ਔਰ ਅੱਜ ਜਦੋਂ ਅਸੀਂ ਪੰਜਾਬ ਵੱਲ ਨਿਗਾਹ ਮਾਰਦੇ ਹਾਂ ਤਾਂ ਸਾਰੇ ਪਾਸੇ ਸਾਨੂੰ ਬਹੁਤ ਚੰਗਾ ਨਜ਼ਰ ਨਹੀਂ ਆਉਂਦਾ। ਬਹੁਤ ਸਾਰੇ ਪੰਜਾਬ ਵਿੱਚ ਨੁਕਸਾਨ ਹੋ ਗਏ ਆ। ਪੰਜਾਬ ਨਹੀਂ ਰਿਹਾ ਜ਼ਮੀਨੀ ਤੌਰ 'ਤੇ, ਪੋਲੀਟੀਕਲ ਰਾਜਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਇਨਸਾਨੀ ਤੌਰ 'ਤੇ, ਆਰਥਿਕ ਤੌਰ 'ਤੇ। ਅਤੇ ਅਸੀਂ ਜਿਵੇਂ ਪੰਜਾਬ ਬਾਰੇ ਸੋਚ ਰਹੇ ਹਾਂ ਅਤੇ ਇਹਦੇ ਬਾਰੇ ਵਿਦਵਾਨਾਂ ਦੀ ਸੇਵਾ ਲੈ ਰਹੇ ਹਾਂ। ਅਸੀਂ ਪ੍ਰੋਫੈਸਰ ਸਾਹਿਬ ਨੂੰ, ਪ੍ਰੋਫੈਸਰ ਹਰਜੀਤ ਗਿੱਲ ਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਪੰਜਾਬ ਬਾਰੇ ਦੱਸੋ, ਪੰਜਾਬ ਦਾ ਭੂਤ ਕੀ ਆ, ਪੰਜਾਬ ਦਾ ਭਵਿੱਖ ਕੀ ਆ, ਪੰਜਾਬ ਦਾ ਵਰਤਮਾਨ ਕੀ ਆ। ਇਹਦੇ ਬਾਰੇ ਜੇ ਕੁਝ ਹੋ ਸਕਦਾ। ਅਸੀਂ ਡਾਕਟਰ ਸਾਹਿਬ ਨੂੰ ਫਰਿਆਦ ਕੀਤੀ ਸੀ, ਉਹਨਾਂ ਨੇ ਸਾਡੀ ਬੇਨਤੀ ਮੰਨ ਲਈ। ਬੇਸ਼ੱਕ ਉਹ ਇਸ ਤਰ੍ਹਾਂ ਦੇ ਲੈਕਚਰ ਲਈ ਜਾਂ ਇਸ ਤਰ੍ਹਾਂ ਦੀ ਗੱਲਾਂ ਲਈ ਉਹ ਜਾਣੇ ਨਹੀਂ ਜਾਂਦੇ, ਜਾਂ ਉਹ ਬਹੁਤ ਥੋੜ੍ਹੇ ਕੀਤੇ ਉਹ ਆਪਣੀ ਹਾਮੀ ਨਹੀਂ ਭਰਦੇ, ਪਰ ਅਸੀਂ ਪਿਆਰ ਦੇ ਨਾਲ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਮੰਨ ਲਿਆ। ਔਰ ਬਹੁਤ ਸਾਰੇ ਦੋਸਤਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਡਾਕਟਰ ਸਾਹਿਬ ਆ ਜਾਣਗੇ, ਪਰ ਉਹ ਆ ਗਏ, ਸਾਡੇ ਨਾਲ ਨੇ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਦਾ ਆਪਣਾ ਵਿਖਿਆਨ ਸਾਡੇ ਸਾਹਮਣੇ ਰੱਖਣ। ਅਤੇ ਸਾਰੇ ਦੋਸਤ ਉਹਨਾਂ ਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਨੂੰ ਬਹੁਤ ਜ਼ਿਆਦਾ ਇਤਮੀਨਾਨ ਨਾਲ ਔਰ ਬਹੁਤ ਜ਼ਿਆਦਾ ਧਿਆਨ ਦੇ ਨਾਲ ਸਰਵਣ ਕਰਨ। ਸਾਡੇ ਸਤਿਕਾਰਯੋਗ, ਸਾਡੇ ਸਨਮਾਨਯੋਗ ਡਾਕਟਰ ਹਰਜੀਤ ਸਿੰਘ ਗਿੱਲ ਜੀ। ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਅਵਤਾਰ ਸਿੰਘ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਦੀ ਵਾਸਤੇ ਸੱਦਾ ਦਿੱਤਾ। ਪਿੱਛੇ ਜਿਹੇ ਗੁਰਬਚਨ ਨੇ ਇੱਕ ਰਸਾਲਾ ਕੱਢਿਆ ਕਿ ਫਿਲਹਾਲ ਉਹਦੇ ਵਿੱਚ ਭਗਵਾਨ ਜੋਸ਼ ਦਾ ਇੱਕ ਲੇਖ ਹੈ, ਗਿਆਨ ਦੀ ਹੋ ਜਾਂ ਲਹੂ ਦੀ ਲੋ। ਇਹ ਲੇਖ ਉਹਨੇ ਉਹ 28 ਸਾਲਾਂ ਦਾ ਸੀ ਜਦੋਂ ਜਵਾਹਰ ਲਾਲ ਯੂਨੀਵਰਸਿਟੀ ਵਿੱਚ PhD ਕਰ ਰਿਹਾ ਸੀ। ਇਹ ਲੇਖ, ਇਸ ਲੇਖ ਵਿੱਚ ਉਸਨੇ ਜਸਵੰਤ ਸਿੰਘ ਕੰਵਲ ਦੇ ਨਾਵਲ ਲਹੂ ਦੀ ਲੋ ਤੇ ਚਰਚਾ ਕੀਤਾ ਹੈ। ਇਸ ਬਾਰੇ ਮੈਂ ਕਰਾਂਗਾ, ਪਰ ਗਿਆਨ ਦੀ ਲੋ ਤੋਂ ਸ਼ੁਰੂ ਕਰਨ ਵਾਸਤੇ ਇਹ ਪੰਜਾਬ ਵਿੱਚ ਜਿਹੜਾ ਸਾਡਾ ਵਿਰਸਾ ਹੈ ਇਹ ਬਹੁਤ ਸਦੀਆਂ ਦਾ ਹੈ, ਪਰ ਇਸ ਵੇਲੇ ਇਸ ਸਮੇਂ ਵਾਸਤੇ ਮੈਂ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਨਾ ਚਾਹੁੰਦਾ। ਗੁਰੂ ਨਾਨਕ, ਮੇਰੇ ਹਿਸਾਬ ਨਾਲ ਗੁਰੂ ਨਾਨਕ ਦੀ ਜਿਹੜੀ ਲੋ ਸੀ ਉਹ ਗਿਆਨ ਦੀ ਲੋ ਸੀ। ਗੁਰੂ ਨਾਨਕ ਗੁਰੂ ਤੇ ਸਿੱਖਾਂ ਦੇ ਹੈ ਹੀ, ਪਰ ਮੇਰੇ ਵਿਚਾਰ ਵਿੱਚ ਮੈਂ ਜਿਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉਹ ਇੱਕ ਬਹੁਤ ਵੱਡੇ ਫਿਲਾਸਫਰ ਤੇ ਚਿੰਤਕ ਸਨ। ਸਾਰੀਆਂ ਫਿਲਾਸਫੀਆਂ ਵਿੱਚ, ਪੂਰਬ ਵਿੱਚ ਵੀ, ਪੱਛਮ, ਖਾਸ ਕਰਕੇ ਪੱਛਮ ਵਿੱਚ, ਬਾਈਨਰੀ ਆਪੋਜੀਸ਼ਨ, ਵਿਰੋਧ ਦੀ ਜਿਹੜੀ ਪਰਿਭਾਸ਼ਾ ਹੈ ਉਹ ਸੱਚ ਦੇ ਉੱਤੇ ਨਿਰਭਰ ਕਰਦੀ। ਇਹ ਆਦ ਤੋਂ ਆਦ ਵਿੱਚ ਵੀ ਸੱਚ ਸੀ। ਯੁਗਾਂ ਦਾ ਜਦੋਂ ਯੁੱਗ ਬਣੇ ਤੇ ਆਦ ਤੇ ਫਿਰ ਯੁਗਾਂ ਵਿੱਚ ਵੀ ਸੱਚ, ਯੁੱਗ ਵੀ ਦਾ ਆਧਾਰ ਜਿਹੜਾ ਸੀ ਉਹ ਸੱਚ ਤੇ ਸੀ।
ਤੇ ਇਸ ਵੇਲੇ ਵੀ ਹੈ ਵੀ ਸੱਚ। ਪ੍ਰੈਜ਼ੈਂਟ ਜਿਹੜਾ ਹੈ ਆਹ ਕਾਲ ਜਿਹੜਾ ਆ ਇਹਦੇ ਵਿੱਚ ਵੀ ਹਰ ਜੋ ਵੀ ਕੁਝ ਹੋ ਰਿਹਾ ਹੈ ਉਸ ਦਾ ਆਧਾਰ ਜਿਹੜਾ ਆ ਉਹ ਸੱਚ ਹੈ। ਤੇ ਜਦੋਂ ਇਹ ਬ੍ਰਹਮੰਡ ਨਹੀਂ ਵੀ ਰਹੇਗਾ ਨਹੀਂ ਉਦੋਂ ਵੀ ਕੀ ਹੋਏਗਾ, ਉਸੇ ਵੀ ਸੱਚ। ਮਤਲਬ ਹੈ ਕਿ ਪਾਸਟ, ਪ੍ਰੈਜ਼ੈਂਟ, ਫਿਊਚਰ ਤਿੰਨੇ ਹੀ ਸਾਰੇ ਬ੍ਰਹਮੰਡ ਦੇ ਜੋ ਵੀ ਕੁਝ ਬ੍ਰਹਮੰਡ ਚ ਹੋ ਰਿਹਾ, ਤਾਰੇ ਸਾਡੀ ਧਰਤੀ, ਚੰਦ, ਤਾਰੇ ਜੋ ਜਿੰਨੇ ਸਾਰਾ ਬ੍ਰਹਮੰਡ ਆ ਉਹਨੂੰ ਕਿਹੜੀ ਚੀਜ਼ ਸੱਚ ਕਿਸਮ ਦਾ ਇੱਥੇ ਮੈਟਾਫਰ ਬਣ ਜਾਂਦਾ ਕਿ ਸੱਚ ਦਾ ਮਤਲਬ ਕਿ ਸੱਚ ਝੂਠ ਦੀ ਗੱਲ ਨਹੀਂ ਰਹਿ ਜਾਂਦੀ। ਫਿਰ ਇਸੇ ਜਪਜੀ ਦੇ ਵਿੱਚ ਹੀ ਕਹਿੰਦੇ ਨੇ ਸੱਚਖੰਡ ਵਸੇ ਨਿਰੰਕਾਰ, ਕਿ ਸੱਚ ਦੀ ਰਲਮ ਵਿੱਚ, ਸੱਚ ਦੇ ਖੰਡ ਵਿੱਚ ਨਿਰੰਕਾਰ ਵਸਦਾ। ਮਤਲਬ ਹੈ ਕਿ ਸੱਚ ਤੇ ਨਿਰੰਕਾਰ ਆਇਡੈਂਟੀਕਲ ਨੇ। ਨਿਰੰਕਾਰ ਕੀ ਹੈ? ਸੱਚ ਹੈ। ਸੱਚਖੰਡ ਵਿੱਚ ਹੀ ਨਿਰੰਕਾਰ ਵਸਦਾ। ਇਹ ਇੱਕ ਮੈਂ ਸਮਝਦਾ ਕਿ ਕਿਸੇ ਵੀ ਫਿਲਾਸਫੀ ਦੇ ਵਿੱਚ ਪੱਛਮ ਵਿੱਚ ਸੱਚ ਦੇ ਉੱਤੇ, ਟਰੂਥ ਦੇ ਉੱਤੇ ਬਹੁਤ ਡਿਸਕਸ਼ਨ ਹੁੰਦੀਆਂ ਨੇ। ਜਿਵੇਂ ਸੇਂਟ ਆਗਸਟੀਨ ਨੇ 4ਵੀਂ ਸਦੀ ਵਿੱਚ ਬਹੁਤ ਕੀਤਾ, ਪਲੇਟੋ ਨੇ 5 ਸਦੀ 5 BC ਵਿੱਚ ਸਾਰੀ ਡਿਸਕਸ਼ਨ ਸੱਚ ਦੇ ਉੱਤੇ ਹੁੰਦੀ ਹੈ। ਟਰੂਥ ਕੀ ਹੈ, ਜਸਟਿਸ ਕੀ ਹੈ। ਲੇਕਿਨ ਉਹ ਕੁਝ ਕਈ ਤਰ੍ਹਾਂ ਦੇ ਹੁੰਦੇ ਨੇ। ਸਾਰਿਆਂ ਧਰਮਾਂ ਦੇ ਵਿੱਚ ਵੀ ਕਿਤੇ ਨਿਰੰਕਾਰ, ਇਹਨਾਂ ਨੇ ਨਿਰੰਕਾਰ ਨੂੰ ਸੱਚ ਕਿਹਾ, ਕਿਸੇ ਜਗ੍ਹਾ ਦੇ ਉੱਤੇ ਉਹਨੂੰ ਲੌਜਿਕ ਕਹਿੰਦੇ ਨੇ, ਰੀਜ਼ਨ ਕਹਿੰਦੇ ਨੇ ਕਿ ਰੱਬ ਕੀ ਹੈ, ਰੱਬ ਰੀਜ਼ਨ ਹੈ। ਮਤਲਬ ਹੈ ਕਿ ਫਿਰ ਹੈ ਕਿ ਜਾਂ ਕੁਰਾਨ ਵਿੱਚ ਉਹਦੀਆਂ ਬਹੁਤ ਸਾਰੀਆਂ ਡੈਫੀਨੇਸ਼ਨ ਦੇ ਦਿੰਦੇ ਨੇ, ਜਾਂ ਜਾਪ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਵੀ ਬਹੁਤ ਸਾਰੇ ਰੱਬੇ ਆ, ਰੱਬੇ ਆ, ਰੱਬੇ ਆ, ਰੱਬੇ ਆ, ਮਤਲਬ ਕਿ ਵੀ ਨਿਰੰਕਾਰ ਜੋ ਹੈ ਉਹ ਕਹੀ ਹੈ। ਪਰ ਇਹ ਸਾਰੇ ਐਡਜੈਕਟਿਵ ਨੇ। ਇਨ ਵਨ ਸੈਂਸ ਨਿਰੰਕਾਰ ਜਿਹੜਾ ਆ ਉਹ ਕੋਈ ਉਹਦਾ ਜੇ ਆਕਾਰ ਨਹੀਂ ਤਾਂ ਕੀ ਆ? ਫਿਰ ਉਹ ਇੱਕ ਕਨਸੈਪਟ ਹੈ, ਇੱਕ ਕਨਸੈਪਚੁਅਲ ਕਨਸੈਪਟ ਹੈ। ਉਹ ਕੋਈ ਉਹਦੀ ਕੋਈ ਮਟੀਰੀਅਲਿਟੀ ਨਹੀਂ, ਉਹਦੀ ਕੋਈ ਜਿਹਨੂੰ ਅਸੀਂ ਕਹਾਂਗੇ ਪਦਾਰਥਵਾਦ ਜਾਂ ਯਥਾਰਥਵਾਦ ਜਿਹੜਾ ਆਮ ਤੌਰ ਤੇ ਆ, ਉਹਦੇ ਚ ਉਹਨੂੰ ਅਸੀਂ ਨਹੀਂ ਲਿਆ ਸਕਦੇ। ਹੁਣ ਕਿਉਂਕਿ ਸਾਡੇ ਇਹ ਤੇ ਨਹੀਂ ਸਾਰੇ ਲੈਕਚਰ ਹੋਣਾ, ਬਾਕੀ ਹੌਲੀ ਹੌਲੀ ਛੁੱਟੀਆਂ ਤਵੇਂ ਸ਼ੁਰੂ ਕਰਨ ਵਾਸਤੇ ਆ, ਤੇ ਫਿਰ ਕਿਤੇ ਇਸ ਤੇ ਜ਼ਿਆਦਾ ਕਰਾਂਗਾ। ਹੁਣ ਇੱਕ ਪਾਸੇ ਕਹਿੰਦੇ ਨੇ ਦੋਨੋਂ ਲੈਵਲ ਮੈਂ ਦੱਸਦਾ ਵੀ ਜਿਹੜਾ ਉਹਨਾਂ ਦਾ ਸਿੰਬੋਲਿਕਲ ਲੈਵਲ ਆ ਉੱਥੇ ਕੀ ਹੁੰਦਾ, ਜੋ ਆਇਆ ਸੋ ਚੱਲ ਸੀ, ਜਿਹੜਾ ਬੰਦਾ ਜਿਹੜਾ ਦਮਦਾ ਉਹ ਮਾਰਦਾ। ਫਿਰ ਉਹ ਕਹਿੰਦੇ ਨੇ ਨਾ ਕੋਈ ਆਵੇ ਨਾ ਕੋਈ ਜਾਏ। ਇੱਕ ਲੈਵਲ ਜਿਹੜੀ ਕੋਸਮੋਲੋਜੀਕਲ ਲੈਵਲ ਆ, ਜਿਹੜੀ ਸੱਚ ਦੀ ਲੈਵਲ ਆ, ਸੱਚ ਦਾ ਦੀ ਪੱਧਰ ਆ, ਉੱਥੇ ਨਾ ਕੋਈ ਆਵੇ ਨਾ ਕੋਈ ਜਾਏ। ਇੱਥੋਂ ਤੱਕ ਇਹ ਵੀ ਕਹਿੰਦੇ ਨੇ ਨਾ ਕੋ ਹੋਇਆ ਨਾ ਕੋ ਹੋਏ, ਕੋਈ ਹੋਇਆ ਹੀ ਨਹੀਂ, ਹੋਂਦ ਹੀ ਕੋਈ ਨਹੀਂ, ਐਗਜ਼ਿਸਟੈਂਸ ਹੀ ਨਹੀਂ ਕੋਈ। ਇੱਕ ਜਗ੍ਹਾ ਤੇ ਮੈਂ ਪੜ੍ਹਿਆ ਸੀ ਕਿ ਇੱਕ ਪਾਂਡੇ, ਇੱਕ ਬਹੁਤ ਵੱਡਾ ਬੁੱਧਿਸਟ ਸਕਾਲਰ ਹੋਇਆ, ਉਹਨੇ ਕਿਹਾ ਕਿ ਬੁੱਧ ਸੀ ਪਹਿਲਾ ਜਿਹਨੇ ਹਿੰਦੁਸਤਾਨ ਦੀ ਫਿਲਾਸਫੀ ਵਿੱਚ ਕਿਹਾ ਸੀ ਕਿ ਐਗਜ਼ਿਸਟੈਂਸ ਤੇ ਨੌਨ ਐਗਜ਼ਿਸਟੈਂਸ ਕੋਈ ਫਰਕ ਨਹੀਂ। ਮੈਂ ਸਮਝਦਾ ਆਹ ਜਿਹੜੀ ਗੱਲ ਉਹਨਾਂ ਨੇ ਕਹੀ ਆ ਗੁਰੂ ਨਾਨਕ ਨੇ, ਨਾ ਕੋ ਹੋਇਆ ਨਾ ਕੋ ਹੋਏ, ਫਿਰ ਇਹ ਤੋਂ ਵੀ ਵੱਧ ਆ। ਅੱਗੇ ਉਹ ਕਹਿੰਦੇ ਨੇ ਨਾ ਹੋ ਨਾ ਮੈਂ ਨਾ ਹੋ ਹੋਆ, ਨਾ ਮੈਂ ਸਾ ਨਾ ਮੈਂ ਹਾਂ ਨਾ ਮੈਂ ਹੋਵਾਂਗਾ। ਸੀ ਇਹਦਾ ਮਤਲਬ ਨਹੀਂ ਵੀ ਹੈ ਸੋਚਦਾ ਕਿ ਹੋਂਦ ਦੇ ਕਈ ਲੈਵਲ ਨੇ, ਕਈ ਪੱਧਰ ਨੇ। ਇੱਕ ਪਹਿਲੀ ਹੁੰਦੀ ਆ ਨਾਰਮਲ ਸੋਸ਼ੀਓਲੋਜੀਕਲ ਲੈਵਲ, ਫਿਰ ਹੁੰਦਾ ਐਗਜ਼ਿਸਟੈਂਸ਼ੀਅਲ ਲੈਵਲ, ਫਿਰ ਹੁੰਦਾ ਕੋਸਮੋਲੋਜੀਕਲ ਲੈਵਲ। ਇਹ ਜਦੋਂ ਇਹ ਕਹਿੰਦੇ ਨੇ ਇਹ ਕੋਸਮੋਲੋਜੀਕਲ ਲੈਵਲ ਹੈ। ਫਿਰ ਵੇਖੋ ਕਿ ਬਹੁਤ ਕਿਹਾ ਜਾਂਦਾ ਕਿ ਗੁਰੂ ਸਾਹਿਬ ਨੇ ਇਸ ਇਸਤਰੀ ਵਾਸਤੇ ਬਹੁਤ ਕੁਝ ਕਿਹਾ ਕਿ ਜੀ ਸੋਕੋ ਮੰਦਾ ਆਖੀਏ ਜਿਤ ਜਾ ਮੇਰਾ ਜਾਨ। ਇਸ ਤੇ ਹੋਰ ਵੀ ਕਈ ਥਾਂ ਤੇ ਮਤਲਬ ਹੈ ਕਿ ਇੱਕ ਸੋਸ਼ੀਓਲੋਜੀਕਲ ਲੈਵਲ ਤੇ ਕਿ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਮਾੜਾ ਕਹਿ ਸਕਦੇ ਹੋ ਜਿਹੜੇ ਵੱਡੇ ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀਆਂ ਨੇ। ਫਿਰ ਉਹਨਾਂ ਨੇ ਇੱਕ ਲੈਵਲ ਹੈ ਕੋਸਮੋਲੋਜੀਕਲ ਲੈਵਲ, ਉੱਥੇ ਉਹਨਾਂ ਨੇ ਕਿਹਾ, ਔਰ ਇਹ ਇੱਕ ਬਹੁਤ ਹੀ ਮੈਂ ਸਮਝਦਾ ਕਿ ਬਹੁਤ ਹੀ ਮਹੱਤਵ ਫਾਰਮੂਲੇਸ਼ਨ ਹੈ। ਉਹ ਕਹਿੰਦੇ ਨੇ ਪੁਰਖ ਮੇ ਨਾਰ
नार में पुरखा बूझो ब्रह्म ज्ञानी। कि हर पुरख विच कुछ नारी के तत्त होंदे ने, हर नार विच कुछ पुरख के तत्त होंदे ने। ते ये जिहड़ा रहस्य आ इहनूं कोई सिर्फ ब्रह्म ज्ञानी ही समझ सकदा। मतलब गुरु साहब नूं पता सी कि इस फॉर्मुलेशन नूं, इस महावाक नूं समझना कोई बहुत आसान गल नहीं। और ये इस करके भी मैं इसमें बहुत महत्ता दिना कि ये गुरु साहब ने 15वीं सदी च किया। सारा साइको एनालिसिस 18वीं 19वीं सदी का सी। कभी भी मेल ते फीमेल की विरोध उल्लंघना नहीं की। उत्थे हमेशा सी प्यो पुत दा, प्यो धी दा, मां पुत दा, मां धी दा। ये जिहड़े विरोध सन ते इन्हां दे जिहड़े इहदे चक्कर विच 2 सदियां चले गईयां। पिछले 50-30 सालों के विचों सारिਆਂ ਨੂੰ पता लग गया कि नवे ਜਿਹੜੇ ਲੈਸਬੀਅਨ ਤੇ ਜਿਹੜੇ ਸਾਰੇ ਨੇ ਕਿ ਜਿਹੜੀ ਮੈਨੀਫੈਸਟ ਰਿਐਲਿਟੀ ਆ, ਇੱਕ ਪੁਰਖ ਆ, ਇੱਕ ਮੇਲ ਹੈ, ਇੱਕ ਫੀਮੇਲ ਹੈ, ਇੱਕ ਪੁਰਖ ਆ, ਇੱਕ ਨਾਰੀ ਆ। ਤੇ ਦੋਵੇਂ ਇੱਕ ਜਿਹੜੇ ਮੈਨੀਫੈਸਟ 2 ਪੁਰਖ ਨੇ, 2 ਮੇਲ ਨੇ, ਉਹ ਕਹਿੰਦੇ ਸਾਡਾ ਵਿਆਹ ਹੋ ਗਿਆ ਜਾਂ ਅਸੀਂ ਇਕੱਠੇ ਰਹਿਣਾ, ਜਾਂ 2 ਕੁੜੀਆਂ ਨੇ ਫੀਮੇਲ ਨੇ ਇਕੱਠੇ ਰਹਿਣਾ। ਉਹਦਾ ਕੀ ਮਤਲਬ ਹੈ? ਉਹਦਾ ਮਤਲਬ ਸਾਰਾ ਵੀ ਉਹਨਾਂ ਚੋਂ ਇੱਕ ਦੇ ਲੈਵਲ ਤੇ ਇੱਕ ਮੇਲ ਹੈ, ਇੱਕ ਫੀਮੇਲ, ਇੱਕ ਮਰਦ ਹੈ, ਇੱਕ ਇਸਤਰੀ ਹੈ। ਅਧਿਕਸ਼ ਦੇ ਲੈਵਲ ਤੇ ਉਹਨਾਂ ਚੋਂ ਇੱਕ ਮਰਦ ਹੈ ਤੇ ਇੱਕ ਮਰਦ ਨਹੀਂ। ਇਸੇ ਤਰ੍ਹਾਂ ਇਸਤਰੀ ਇੱਕ ਇਸਤਰੀ ਹੈ ਤੇ ਇੱਕ ਇਸਤਰੀ ਨਹੀਂ। ਤੇ ਤਾਂ ਹੀ ਉਹ ਉਹਨਾਂ ਦਾ ਮਤਲਬ ਹੈ ਕਿ ਜਿਹੜੀ ਚੀਜ਼ ਸਾਨੂੰ ਨਜ਼ਰ ਆਉਂਦੀ ਹੈ ਉਹ ਰਿਐਲਿਟੀ ਹੋ ਰਿਹਾ, ਤੇ ਜਿਹੜੀ ਅਸਲ ਆ ਉਹ ਰਿਐਲਿਟੀ ਹੋ ਰਿਹਾ। ਹੁਣ ਇੱਕ ਸਿਰਫ ਗੱਲ ਹੋਰ ਉਹਨਾਂ ਦੇ ਗੁਰੂ ਸਾਹਿਬ ਦੇ ਕਰਨੀ, ਉਹ ਵੀ ਇੱਕ ਸਾਰੇ ਭਾਰਤ ਦੀ ਤੇ ਸਾਰੇ ਵਿਸ਼ਵ ਦੀ ਫਿਲਾਸਫੀ ਦੇ ਵਿੱਚ ਇੱਕ ਬਹੁਤ ਵੱਖਰੀ ਗੱਲ ਹੈ। ਸਾਰੇ ਧਰਮ ਜਿਹੜੇ ਨੇ ਉਹ ਦੁੱਖ ਭੰਜਨ ਨੇ, ਦੁੱਖ ਨਿਵਾਰਨ ਨੇ। ਕਿ ਬੰਦਾ ਦੁਖੀ ਆ ਤੇ ਉਹਨੂੰ ਤੁਸੀਂ ਜਾਂਦੇ ਹੀ ਗੁਰਦੁਆਰੇ, ਤਾਂ ਜੋ ਮੰਦਿਰ 'ਚ ਜਾਂਦੇ ਹੋ, ਜੋ ਮਸਜਿਦ 'ਚ ਜਾਂਦੇ ਹੋ, ਗਿਰਜੇ 'ਚ ਜਾਂਦੇ ਹੋ, ਕਿ ਤੁਹਾਡੇ ਦੁੱਖ ਦੂਰ ਹੋ ਜਾਣਗੇ। ਤੇ ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਉਹ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਪਿਆ। ਕਿ ਦੁੱਖ ਜਿਹੜਾ ਆ ਉਹ ਰੈਮਡੀ ਆ, ਸੁੱਖ ਜਿਹੜਾ ਆ ਉਹ ਰੋਗ ਆ। ਕਿ ਜਦੋਂ ਬੰਦਾ ਦੁੱਖ 'ਚ ਹੁੰਦਾ, ਹੁਣ ਦੁੱਖ ਦਾ ਮਤਲਬ ਇਹ ਨਹੀਂ ਮੈਂ ਬਿਮਾਰ ਸ਼ਮਾਰ ਦੀ ਗੱਲ ਨਹੀਂ ਹੁੰਦੀ। ਜਦੋਂ ਬੰਦਾ ਦੁੱਖ, ਉਹਦਾ ਆਤਮਾ ਅੰਦਰੋਂ ਦੁਖੀ ਹੁੰਦਾ ਤੇ ਉਹਦੇ 'ਚ ਸਹਿਜ ਹੁੰਦਾ, ਉਹ ਉਸ ਵੇਲੇ ਸੋਚਦਾ ਸਮਝਦਾ। ਜਦੋਂ ਉਹ ਸੁਖੀ ਜਾਂ ਪ੍ਰੋਸਪੈਰਿਟੀ ਆ ਜਾਵੇ, ਉਹ ਫਿਰ ਇੰਡਲਜੈਂਸ ਵਿੱਚ ਚਲ ਜਾਂਦਾ ਹੈ ਤੇ ਉਹਦੇ ਵਿੱਚ ਗਲਤ ਕੰਮਾਂ ਵਿੱਚ ਪੈ ਜਾਂਦਾ ਹੈ। ਤੇ ਫਿਰ ਇਹ ਸਟੇਟਮੈਂਟ ਜਿਹੜੀ ਆ ਪਹਿਲੀ ਆ, ਉਹਦੇ ਬਾਅਦ ਫਿਰ ਮੈਂ ਵੇਖਿਆ ਕਿ ਕਮਾਲ ਆ ਕਿ ਕਿੱਥੋਂ ਤੱਕ ਹੋ ਗਏ ਨੇ। ਉਹ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਕਿ ਜਿਹੜਾ ਮੇਰਾ ਦੀਵਾ ਆ ਨਾਮ ਦਾ ਜਾਂ ਧਿਆਨ ਦਾ ਜਿਹੜਾ ਦੀਵਾ ਆ, ਨਾਮ ਦਾ ਮਤਲਬ ਇਹ ਤੇ ਕੋਈ ਵਾਗਰੂ ਕਰਨਾ ਨਹੀਂ, ਮਤਲਬ ਇਹ ਹੈ ਕਿ ਧਿਆਨ ਦਾ ਜਿਹੜਾ ਦੀਵਾ ਆ ਉਹਦੇ ਵਿੱਚ ਦੁੱਖ ਦਾ ਤੇਲ ਪਾਇਆ। ਉਹ ਦੀਵਾ ਦੁੱਖ ਦੇ ਤੇਲ ਨਾਲ ਜਲਦਾ ਹੈ ਜੀ। ਨਾ ਕਿ ਪਤਾ ਕੀ ਕਹਿ ਕੀ ਰਹੇ ਨੇ ਗੁਰੂ ਸਾਹਿਬ ਨੇ ਕਈ ਥਾਂ ਤੇ ਗਿਆਨ ਤੇ ਧਿਆਨ 2 ਸ਼ਬਦ ਇਕੱਠੇ ਵਰਤੇ ਨੇ ਜੀ। ਕਿ ਗਿਆਨ ਤੇ ਧਿਆਨ ਦਾ ਜਿਹੜਾ ਦੀਵਾ ਹੈ ਉਹਦਾ ਜਿਹੜਾ ਤੇਲ ਆ ਉਹ ਦੁੱਖ ਹੈ। ਜਦੋਂ ਵੀ ਕਹਿੰਦੇ ਨੇ ਸਗਲੇ ਦੁੱਖ ਅੰਮ੍ਰਿਤ ਕਰ ਪੀਵੇ ਬਹੁਤ ਦੁੱਖ ਨਾ ਪਾਏਗਾ। ਕਹਿੰਦੇ ਨੇ ਸਾਰੇ ਜਿਹੜੇ ਦੁੱਖ ਨੇ ਇਹਨਾਂ ਨੂੰ ਤੇ ਅੰਮ੍ਰਿਤ ਸਮਝ ਕੇ ਪੀ ਜਾਣਾ ਚਾਹੀਦਾ ਜੀ। ਦੁੱਖ ਦੀ ਇਹ ਫਿਲਾਸਫੀ ਜਿਹੜੀ ਆ ਇਹ ਸਿਰਫ ਗੁਰੂ ਨਾਨਕ ਵਿੱਚ ਹੀ ਮਿਲਦੀ ਆ। ਔਰ ਗੁਰੂ ਨਾਨਕ ਦਾ ਮਤਲਬ ਇੱਥੇ ਭਾਰਤ ਤੋਂ ਹੀ ਨਹੀਂ ਗਾ, ਸਾਰੇ ਸੰਸਾਰ ਤੋਂ, ਗੁਰੂ ਪੱਛਮ ਤੋਂ। ਇਹ ਸਦੀਆਂ ਤੋਂ ਬੁੱਧ ਦਾ ਸਾਰਾ ਇਹ ਸੀ ਕਿ ਸਭ ਦੁੱਖ ਹੀ ਦੁੱਖ ਦੇ ਚੱਲ ਰਹੇ। ਇਹਨਾਂ ਨੂੰ ਦੁੱਖਾਂ ਦਾ ਕਿਸ ਤਰ੍ਹਾਂ ਦੁੱਖ ਨਿਵਾਰਨ ਕਿਸ ਤਰ੍ਹਾਂ ਕੀਤਾ। ਅਸੀਂ ਵੀ ਆਪਣੀ
संकट मोचन मंदिर होंगे ने ते असीं भी उन्हां दी नकल मार के दूखनवान गुरुद्वारे बना रहे हैं ते गुरुद्वारे दूखनवान, लेकिन गुरु साहब गुरु नानक दी फिलासफी ते नहीं है। हुण सवाल है कि ये जिहड़ी लो सी, ये जिहड़ी प्रणाली सी पंजाब दी, ये ज्ञान दी प्रणाली सी, ये ज्ञान दी लो सी। ਉਹਦੇ बाद फिर की होया, ਉੱਥੇ ਹੁਣ मैं फिर भगवान जोश ਵੱਲ जावांगा। ਉਹਦੇ बाद फिर की होया कि ਜਿਹੜੀ लहू दी लो आ ਜਾਂ शहादत आ, शहीद होना, ये ਜਿਹੜਾ ਇਹਦੀ ਮਹੱਤਤਾ ਵੱਧ ਗਈ। मतलब ਇਹਦੇ 'ਚ ਇਹ ਨਹੀਂ ਮਾੜੀ ਗੱਲ ਨਹੀਂ, लेकिन ये ਇੰਨੀ ਜ਼ਿਆਦਾ ਹੋ ਗਈ कि ज्ञान ਦਾ ਲੋ ਜਿਹੜੀ ਸੀ ਉਹ ਬਿਲਕੁਲ ਘਟ ਗਈ। आइडिया आया कि ਅਸੀਂ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਤੋਂ, ਤੇ ਉਸ ਵੇਲੇ ਮਹਾਨਤਾ, ਉਸ ਵੇਲੇ ਸਿਰਫ ਗਿਆਨ ਦੀ ਲੋਹ ਦਾ ਪ੍ਰਚਾਰ ਸੀ, ਉਸੇ ਦੀ ਵਿਚਾਰ ਸੀ, ਉਸੇ ਦੇ ਬਲ ਧਿਆਨ ਸੀ, ਉਸੇ ਦਾ ਗਿਆਨ ਸੀ। ਫਿਰ ਲੋਹ ਦੀ ਲੋਹ ਜਿਹੜੀ ਹੈ, ਜਿਹੜੀ ਸ਼ਹਾਦਤ ਦੀ ਹੈ, ਜਿਹੜੀ ਆਪਣੇ ਆਪ 'ਚ ਬਹੁਤ ਮਹਾਨ ਧਰਮਾਂ ਦੇ ਸ਼ਹੀਦ, ਵਿਚਾਰਾਂ ਦੇ ਸ਼ਹੀਦ, ਉੱਥੇ ਫਿਰ ਇੱਕ ਇਹ ਆਉਂਦਾ, ਉਹ ਜਦੋਂ ਇਹ ਮੈਂ ਭਗਵਾਨ ਜੋਸ਼ ਦਾ ਹੀ ਪੜ੍ਹ ਕੇ ਦੱਸਦਾ ਕਿ ਉਹ ਕਹਿੰਦਾ, ਆਪਣਾ ਜਸਵੰਤ ਸਿੰਘ ਕੰਵਲ ਬਾਰੇ ਉਹ ਕਹਿੰਦਾ ਉਸ ਦੀ ਆਪਣੀ ਇਤਿਹਾਸਕ ਵਿਕਾਸ ਦੀ ਸੂਝ ਵੀ ਹੋਰ ਵੀ ਉੱਠਦੀ ਮਰਦ ਕਾ ਚੇਲਾ ਉੱਤੇ ਆਧਾਰਿਤ ਹੈ। ਨਾਵਲਕਾਰ ਤੇ ਉਸਦੇ ਪਾਤਰਾਂ ਵਿਚਕਾਰ ਕੋਈ ਵਿਚਾਰਧਾਰਕ ਦੂਰੀ ਨਹੀਂ। ਪੰਜਾਬ ਦੀ ਜਵਾਨੀ ਦੇ ਅਜੋਕੇ ਪੜਾਅ ਦੀ ਨਾਵਲਕਾਰ ਨੇ ਪੀਤੋ ਦੇ ਰੂਪ ਵਿੱਚ ਇੱਕ ਟਾਈਪ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਪੀਤੋ ਕੇਵਲ ਲਹੂ ਦੀ ਲੋਕ ਕਰ ਸਕਦਾ ਹੈ। ਪੰਜਾਬੀ ਜ਼ਿੰਦਗੀ ਵਿੱਚ ਅਜੇ ਪੀਤੋ ਨੇ ਪੈਦਾ ਹੋਣਾ ਹੈ ਜੋ ਇਸ ਨਾਲ ਗਿਆਨ ਦੀ ਲੋਹ ਵੀ ਮੇਲ ਸਕੇ। ਕਿ ਇਹ ਜਿਹੜਾ ਭਗਵਾਨ ਜੋਸ਼ ਨੇ ਗੱਲ ਕੀਤੀ ਹੈ ਜਸਵੰਤ ਸਿੰਘ ਕੰਵਲ ਬਾਰੇ, ਇਹ ਇੱਕ ਤਰ੍ਹਾਂ ਨਾਲ ਇਹ ਪੰਜਾਬੀ ਦੇ ਸਾਰੇ ਲਿਖਾਰੀਆਂ ਤੇ ਆਉਂਦੀ ਆ। ਪੰਜਾਬੀ ਦੇ ਲਿਖਾਰੀ ਜਿਹੜੇ ਨੇ ਸਾਰੇ, ਉਹਨਾਂ ਵਿੱਚ ਲੋਹ ਦੀ ਲੋਹ, ਸਰੀਰਕ ਪੱਖ ਜਿਹੜਾ ਹੈ ਉਹ ਜ਼ਿਆਦਾ ਆਉਂਦਾ ਹੈ। ਇਹ ਸ਼ੁਰੂ ਦੇ ਵਿੱਚ ਫਿਰ ਭਗਵਾਨ ਜੋਸ਼ ਦਾ ਮੈਂ ਥੋੜ੍ਹਾ ਪੜ੍ਹਦਾ ਹਾਂ ਕਿ ਸਾਡੇ ਜਿਹੜੇ ਜਵਾਨ ਨੇ ਉਹ ਕੁਸ਼ਤੀਆਂ ਕਰਦੇ ਨੇ, ਲੜਦੇ ਭਿੜਦੇ ਨੇ, ਇੱਕ ਦੂਜੇ ਦਾ ਸਿਰ ਪਾੜਦੇ ਨੇ। ਤੁਸੀਂ ਉਹ ਕਹਿੰਦੇ ਆ ਕਿ ਮੇਲਿਆਂ ਵਿੱਚ ਖੜਕਦੇ ਲੱਠੇ ਤੇ ਚਾਦਰ ਧੂਣੇ ਛੱਡ ਕੇ ਮੋਢੇ ਤੇ ਪਸੇਰੀ ਲੋਹਾ ਲੱਗੇ ਖੁੰਡੇ ਨੂੰ ਉਲਾਰਦੇ ਨੇ, ਹੱਥਾਂ ਵਿੱਚ ਬੁੱਕਦੇ ਥੁੱਕ ਕੇ ਸ਼ਰੀਕਾ ਦਾ ਸਿਰ ਪਾੜਦੇ ਨੇ, ਸ਼ਰਾਬਾਂ ਪੀ ਕੇ ਬੁਕਰੇ ਰਹਿ ਔਰ ਨਾਲੇ ਢਾਉਂਦੇ ਨੇ। ਪਰ ਇਸ ਕਰਮਾਂ ਮਾਰੀ ਧਰਤੀ ਤੇ, ਆਹ ਹੁਣ ਸੁਣਨ ਵਾਲੀ ਗੱਲ ਆ, ਪਰ ਇਸ ਕਰਮਾਂ ਮਾਰੀ ਧਰਤੀ ਤੇ ਕੋਈ ਅਜਿਹੀ ਜਵਾਨੀ ਇਸ ਸਮੇਂ ਵਿੱਚ ਪੈਦਾ ਨਾ ਹੋਈ ਜੋ ਸਾਡੀਆਂ ਸੀਤ ਆਤਮਾਵਾਂ ਲਈ ਅੱਗੇ ਵਧੋ ਦਾ ਸ਼ਬਦ ਗੁੰਜਾ ਕੇ ਗਿਆਨ ਦੀ ਲੋਹ ਕਰ ਸਕਦੀ, ਜੋ ਪਸ਼ੂ ਪੁਣੇ ਤੋਂ ਉੱਪਰ ਉਠਾ ਕੇ ਸਭਿਅਤਾ ਦੀ ਪੌੜੀ ਵਿਖਾ ਸਕਦੀ। ਹੁਣ ਇਹ ਜਿਹੜਾ ਮਾਮਲਾ ਹੈ, ਇਸ ਬਾਰੇ ਸਾਨੂੰ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ ਕਿ ਲਹੂ ਦੀ ਲੋਹ ਦਾ ਇੱਥੇ ਵੀ ਮਤਲਬ ਹੈ ਕਿ ਅਸੀਂ ਜਿਹੜੀ ਗੁਰੂ ਨਾਨਕ ਦੀ ਪ੍ਰਣਾਲੀ ਸੀ, ਗੁਰੂ ਨਾਨਕ ਦੀ ਪ੍ਰਣਾਲੀ ਵਿੱਚ ਜਿਹੜੇ ਮੇਨ ਐਲੀਮੈਂਟਸ ਨੇ, ਜਿਹੜੇ ਵੱਡੇ ਤੱਤ ਨੇ, ਉਹ ਹਨ ਸਤ, ਸੰਤੋਖ, ਸਹਿਜ, ਸੰਜਮ। ਸਤ, ਸੰਤੋਖ, ਸਹਿਜ, ਸੰਜਮ, ਇਹ ਗਿਆਨ ਦੀ ਲੋਹ ਦੇ ਤੱਤ ਨੇ। ਲੋਹ ਦੀ ਲੋਹ ਦੇ ਤੱਤ ਜਿਹੜੇ ਨੇ ਉਹ ਇੱਕ ਦੂਜੇ ਦਾ ਸਿਰ ਪਾੜਨਾ, ਜਾਂ ਅਗਲੇ ਨੂੰ ਮਾਰ ਦੇਣਾ ਤੇ ਫਿਰ ਆਪ ਮਰ ਜਾਣਾ, ਸ਼ਹੀਦ ਦੂਜੇ ਨੂੰ ਸ਼ਹੀਦ ਕਰਨਾ, ਫਿਰ ਆਪ ਸ਼ਹੀਦ ਹੋ ਜਾਣਾ, ਜਜ਼ਬਾਤੀ ਨਿੱਕੀ ਨਿੱਕੀ ਗੱਲ ਦੇ ਉੱਤੇ ਲੜਨਾ। ਮੈਨੂੰ ਯਾਦ ਆ ਇੱਕ ਯੂਨੀਵਰਸਿਟੀ 'ਚ ਮੈਂ ਕਿਹਾ ਬੈਠਾ, ਉੱਥੇ
बड़े खालिस्तानी सन। वो मैं कोई महान कोश नाभे दे इन्हां नां दा कान सिंह नाभे दे महान कोश दे बारे पता नहीं मैं की कहता, कोई खास भी क्या भी नहीं सी। वो तो जी मेरे दुआले हो गए, वो मैंने कुट मारन फिरदे। फिर एक बार असीं एक बंगाल तो बड़ा वड्डा विद्वान अमियत देव सद्या ते सी भी उन्हें टैगोर दे उत्ते भी लेक्चर देगा। तो टैगोर ने सिखां दे बारे या सिक्खी बारे कहा, तो उन्होंने हालांकि टैगोर ने सिक्खी दे बारे खास करके गुरु तेग बहादुर के बारे बहुत वड्डी एक नज़म लिखी कि जिहदे बहुत ही श्रद्धा विखाई। पर होया है कि उस विद्वान ने कहा भी एक वेले टैगोर ने गुरु बेद सिंह वास्ते कुछ लिखा सी ते वो ठीक नहीं सी। फिर जदों उन्होंने दस्या गया भी ये ठीक नहीं, तो फिर उन्हें बदल लिया, तो फिर उन्हें होर लिखा। ये उहदे लेख होए सी। वो जदों लेख वो आ गया सी उत्थे ते यूनिवर्सिटी विच, ते रात नूं मैनूं टैलीफोन आया उत्थे वाइस चांसलर ते घरों ते उत्थे रजिस्ट्रार बैठा सी। वो कहंदे जी भी आए ये ते लेक्चर नहीं हो सकदा कल। मैं कहा जी की गल है, की उहदे च की लिखिया? वो कहने मैं कहना गुरु बेद सिंह बारे मैं क्या उन्होंने क्या वो तो दस्या भी एक वेले टैगोर की ये सी गलत फहमी सी, फिर उन्हें आपे ठीक कर लिया। नहीं कैसे लेक्चर ही है ना, वो तो मैनू पेगा जी वो कहन उत्थे ते तलवारां चल जाणगियां। हुण सवाल ये है कि ज्ञान की सिचुएशन है कि ज्ञान का कोई मतलब ही नहीं, सिर्फ लोह की लो आ कि तुसी जरा भी मतलब जी गुरु नानक की जी परंपरा और सब तो वड्डी चीज़ एक ये भी है कि वो थां ते गए, जोगियां कोल गए, दूजियां कोल गए, गोरखनाथ को गए, फलाणे को गए, मुसलमाना कोल गए, सारियां दे नाल उन्होंने गोश्त की, उन्होंने नाल गलबात की ते उन्होंने क्या थां ते क्या कि असी गोश्त करनी है, असी कोई लड़ाई नहीं करनी। हुण ये आ कि गोश्त का तो कोई कम ही नहीं, हुण सिर्फ असी युद्ध करना ते किसी नूं छड़ना नहीं। इस विच की होएगा कि सारे हुण हो की रहा एक होर बड़ी चलो छोटी छोटी गल्लां कर रहे हैं क्योंकि फिर व्याख्या मुश्किल हो जाती है। एक गल यह है कि साडे एक होर रिवाज पै गया कि ਜਿਹੜੇ गुरु पीर ने ਜਾਂ होर ने तो उन्होंने उत्ते जो मर्जी लाई जाओ। एक फिजिक्स का प्रोफैसर सी, उन्हें कहा जी भी गुरु साहब ने कहा सी लख आगासां आगास, तो यदा मतलब है कि गुरु साहब एस्ट्रोफिजिसिस्ट है। हुण इहो जिहियां गल्लां मैं उन्होंने कहा भी गुरु साहब तो एस्ट्रोफिजिसिस्ट नहीं सन, तेरी फिजिक्स का जरूर पता लग गया। एक चंडीगढ़ आर्कीटैक्ट का प्रिंसीपल सी, वो एक बार आया तो कहने लगा जी गुरु नानक साहब की बाणी विच दरबार साहब का नक्शा है। मैं उन्होंने बाहर आ गया, मैं कहा मैं तो समझाई तू आर्कीटैक्ट, यही जिहियां गल्लां करन दा की मतलब। वो इहो जिहे विद्वान भी ने साडे कि वो बड़ी बार एक बार कई लेख लिखे ने जिन्हां च उन्होंने कहा कि जिहड़ी आइंसटाइन की रिलेटिविटी थ्योरी सी वो गुरु नानक च मिलती है। ये हुण तुसी ਇਹਦੇ ਨਾਲ ਕੀ ਹੁੰਦਾ, ਤੁਸੀਂ ਉਹਨਾਂ ਦੇ ਗੁਰੂ ਨਾਨਕ ਇੱਕ ਬਹੁਤ ਵੱਡੇ ਮਹਾਨ ਫਿਲਾਸਫਰ ਸਨ, ਚਿੰਤਕ ਸਨ। ਜ਼ਰੂਰੀ ਤੇ ਨਹੀਂ ਵੀ ਉਹ ਇੱਟਾਂ ਵੀ ਢਾਉਂਦੇ ਸਨ ਜਾਂ ਮਤਲਬ ਗਾਰਾ ਕਰਦੇ ਸਨ ਜਾਂ ਸੀ ਵੀ ਉਹ ਫਿਜ਼ਿਕਸ ਪੜ੍ਹੀ ਸੀ ਜਾਂ ਸੀ ਜਿਹੜੀ, ਪਰ ਕਿਉਂ ਅੱਛਾ ਇੱਥੇ ਹੁੰਦਾ ਕਿ ਇਹ ਆਪ ਵੀ ਉਹਨਾਂ ਨੂੰ ਉਨੀ ਕੀ ਆਉਂਦੀ। ਮੈਂ ਉਹਨਾਂ ਕਿਹਾ ਵੀ ਹੁਣ ਇੱਕ ਹੋਰ ਸ਼ੁਰੂ ਹੋ ਗਿਆ ਉਹਦੀ ਪਿਰਤ ਇਸ ਕਰਕੇ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੀ ਜਿਹੜੀ ਸਮੱਸਿਆ ਹੈ, ਬੜੀ ਵੱਡੀ ਸਮੱਸਿਆ ਹੈ ਕਿ ਪਾਠ ਦੀ ਸਮੱਸਿਆ ਹੈ। ਹੁਣ ਪਾਠ ਕਰਨਾ ਠੀਕ ਹੈ, ਪਾਠ ਦਾ ਧਰਮ ਵਿੱਚ ਰਿਵਾਜ ਹੈ, ਸਾਰੇ ਧਰਮਾਂ 'ਚ ਰਿਵਾਜ ਹੁੰਦਾ, ਲੇਕਿਨ ਪਾਠ ਦੇ ਨਾਲ ਇੱਕ ਸਮੱਸਿਆ ਹੁੰਦੀ ਹੈ ਕਿ ਅਸੀਂ ਪਾਠ ਬਹੁਤ ਜਲਦੀ ਕਰਦੇ ਹਾਂ। ਇੰਨੀ ਜਲਦੀ ਕਰਦੇ ਹਾਂ ਕਿ ਹੁਣ ਜਪਜੀ ਸਾਹਿਬ ਦੀ ਇੱਕ ਜੁਗਤ ਹੈ, गुरु नानक ने बड़ी मेहनत नाल जपजी साहब की बाणी लिखी है। ਉਹਦੇ ਵਿੱਚ कई छोटिया छोटिया शब्द ने, उन्होंने जुट ने सुनिया दी मनन दी
ਖੰਡਾਂ ਦੀ ਹੋਰ ਇਸ ਤਰ੍ਹਾਂ ਕਰਕੇ ਤੇ ਉਹਨੂੰ ਸਾਡੇ ਇੱਕ ਬੜਾ ਵੱਡਾ ਇੱਕ ਕਿਸਮ ਦਾ ਆਰਕੀਟੈਕਟੋਨਿਕ ਸਟਰਕਚਰ ਆ। ਉਹਦੀ ਇੱਕ ਰੂਪ ਦੀ ਜੁਗਤ ਆ, ਉਹਦੀ ਆਕਾਰ ਦੀ ਜੁਗਤ ਆ ਤੇ ਉਹਦੇ ਸਾਕਾਰ ਦੀ ਵੀ ਜੁਗਤ ਆ। ਅਸੀਂ ਉਹਨੂੰ 10 ਮਿੰਟਾਂ 'ਚ ਪੜ੍ਹ ਦਿੰਦੇ ਹਾਂ। ਉਹਦਾ ਨਤੀਜਾ ਕੀ ਹੈ ਕਿ ਉਹਦੇ 2 ਗੱਲਾਂ ਹੁੰਦੀਆਂ ਨੇ। ਇੱਕ ਤੇ ਹੈ ਕਿ ਗੁਰੂ ਨਾਨਕ ਦੀ ਜਿਹੜੀ ਭਾਸ਼ਾ ਹੈ, ਬਾਣੀ ਭਾਸ਼ਾ ਹੈ, ਉਹ 15ਵੀਂ ਸਦੀ ਦੀ ਹੈ। ਉਹਨੂੰ 500 ਸਾਲ ਹੋ ਗਏ ਨੇ ਲਿਖੇ। ਉਹ ਜਿਹੜਾ ਵਾਵਲ ਸਟਰਕਚਰ ਸੀ ਉਹ ਹੁਣ ਉਹ ਨਹੀਂ ਰਿਹਾ ਜਿਹੜਾ ਉਦੋਂ ਸੀ। ਅਸੀਂ ਹਾਲੀ ਵੀ ਆਪਣੀ ਜਿਹੜੀ ਨਵੀਂ ਬੋਲੀ ਆ ਉਹਦੇ ਹਿਸਾਬ ਨਾਲ ਹੀ ਉਹਨੂੰ ਪੜ੍ਹ ਦਿੰਦੇ ਹਾਂ। ਨਤੀਜਾ ਕੀ ਹੁੰਦਾ ਹੈ ਕਿ ਉਹ ਸਾਰਾ ਗਲਤ ਹੋ ਜਾਂਦਾ। ਮੈਂ ਤੁਹਾਨੂੰ ਸਿਰਫ ਇੱਕ ਜਪਜੀ ਦੀ ਜਿਹੜੀ ਅਖੀਰਲੀ ਪੌੜੀ ਆ ਉਹ ਤੁਹਾਨੂੰ ਦੱਸਦਾ ਵੀ ਕਿੰਨੀ ਉਹ ਮੁਸ਼ਕਿਲ ਆ ਤੇ ਕਿੰਨੀਆਂ ਸਮੱਸਿਆਵਾਂ ਨੇ ਉਹਦੇ ਵਿੱਚ। ਸ਼ੁਰੂ ਹੁੰਦਾ ਹੈ ਮਤਲਬ ਜਿਹੜੀ ਅਖੀਰਲੀ ਧਰਮਖੰਡ ਕੀ ਬਾਣੀ ਜੋ ਉੱਥੇ ਹੁੰਦਾ ਤਾਂ ਕਿ ਇੱਥੋਂ ਸ਼ੁਰੂ ਕਰਦੇ ਹਾਂ। ਜਿਨ ਕੈ ਰਾਮ ਵਸੈ ਮਨ ਮਾਹੇ। ਕੈ ਜਿਹੜੇ ਆ ਕੱਕੇ ਦੇ ਉੱਤੇ ਦੁਲਾਈਆਂ ਨੇ, ਵਸੈ ਦੇ ਉੱਤੇ ਵੀ ਦੁਲਾਈਆਂ ਨੇ। ਅੱਗੇ ਆਉਂਦਾ ਤਿੱਥੈ ਭਗਤ ਵਸੈ, ਉੱਥੇ ਵਵਾ ਸਸਾ ਇਹਨੂੰ ਸਿਹਾਰੀ ਆ। ਪਹਿਲੇ ਵਸੈ ਵਿੱਚ ਸੱਸੇ ਦੇ ਉੱਤੇ 2 ਲਾਈਆਂ ਨੇ। ਪਹਿਲੇ ਵਿੱਚ ਕੈ ਸੀ, ਇੱਥੇ ਕੇ ਲੋ, ਕੈ ਨਹੀਂ ਗਾ ਕੇ ਆ। ਹੁਣ ਇੰਨੀ ਟੁਕ ਵਿੱਚ ਹੀ ਫਿਰ ਇਹ ਆ ਕਿ ਸ਼ੁਰੂ ਦੇ ਵਿੱਚ ਹੈ ਤਾਂ ਕਿ ਰੂਪ ਨਾਨੇ ਨੂੰ ਕੰਨਾ ਨਹੀਂ ਹੈਗਾ ਨ ਕਥਨੇ ਚਾਹੇ। ਅਗਲੀ ਤੋਂ ਕਿਹਾ ਨਾ ਨੰਨੇ ਤੇ ਕੰਨਾ ਨਾ ਉਹ ਮਰੇ ਨਾ ਠਾਗੇ। ਮਤਲਬ ਇਹ ਹੈ ਕਿ ਇੱਕ ਛੋਟੇ ਜਿਹੇ ਸ਼ਬਦ ਕਿਤੇ ਕੰਨਾ ਹੈ ਕਿਤੇ ਨਹੀਂ ਹੈ, ਕਿਤੇ ਦੁਲਾਈਆਂ ਆ ਕਿਤੇ ਆਹੇ ਨੂੰ ਸਿਹਾਰੀ ਆ। ਔਰ ਇਹਨਾਂ ਸਾਰਿਆਂ ਦੇ ਜਿਹੜਾ ਉਚਾਰਨ ਹੈ ਵੱਖਰਾ। ਅਸੀਂ ਸਾਰਿਆਂ ਦਾ ਇੱਕੋ ਜਿਹਾ ਕਰਦੇ ਨੇ ਕਿਉਂਕਿ ਜਿੰਨੀ ਉਹਦੀ ਸਭ ਤੋਂ ਵੱਡੀ ਇੱਕ ਤੇ ਹੈ ਕਿ ਇਹਦੇ ਬਾਰੇ 15ਵੀਂ ਸਦੀ ਦੀ ਭਾਸ਼ਾ ਵਿਗਿਆਨ ਦੀ ਸੂਝੀ ਹੋਣੀ ਚਾਹੀਦੀ ਹੈ। ਪਰ ਇਹ ਨਾ ਵੀ ਹੋਵੇ ਤੇ ਜਿਸ ਸਪੀਡ ਨਾਲ ਅਸੀਂ ਪੜ੍ਹਦੇ ਹਾਂ ਉਹ ਸਾਰਾ ਇੱਕੋ ਜਿਹਾ ਹੋ ਜਾਂਦਾ। ਮਤਲਬ ਅਗਰ ਅਸੀਂ ਇਹਨੂੰ ਆਰਾਮ ਨਾਲ ਹੌਲੀ ਹੌਲੀ ਪੜ੍ਹੀਏ, ਵੇਖੀਏ ਕਿ ਇੱਥੇ ਕੈ ਆ, ਉੱਥੇ ਕੇ ਆ, ਉੱਥੇ ਵਸਾ ਆ, ਉੱਥੇ ਵਸਾ ਆ, ਇਹਦੇ ਤੁਹਾਨੂੰ ਨਜ਼ਰ ਆਉਣਾ ਚਾਹੀਦਾ। ਪਰ ਨਹੀਂ, ਸਾਰੇ ਹੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਸਾਰਿਆਂ ਗੁਰਦੁਆਰਿਆਂ ਦੇ ਵਿੱਚ ਸ਼ੁੱਧ ਪਾਠ ਹੁੰਦਾ। ਮੈਂ ਤੁਹਾਨੂੰ ਹੁਣ ਦੱਸਦਾ ਹਾਂ ਕਿ ਸੁਖਮਨੀ ਸਾਹਿਬ ਹੈ। ਸੁਖਮਨੀ ਸਾਹਿਬ ਦੀ ਪਹਿਲੀ ਤੋਕੀ ਕਿਸੇ ਵੀ ਗੁਰਦੁਆਰੇ ਕੋਈ ਵੀ ਗ੍ਰੰਥੀ ਨਹੀਂ ਠੀਕ ਪੜ੍ਹਦਾ, ਇੱਕ ਵੀ ਗ੍ਰੰਥੀ। ਉਹ ਹੈਗਾ ਆਦ ਗੁਰ ਹੈ, ਜੁਗਾਦ ਗੁਰ ਹੈ, ਸਤਿਗੁਰ ਹੈ, ਸ੍ਰੀ ਗੁਰਦੇਵ ਹੈ। ਗੁਰ ਦੇ ਬਾਅਦ ਈੜੀ ਦੇ ਉੱਤੇ ਲਾ ਆ, ਰਾਰੇ ਦੇ ਉੱਤੇ ਕੋਈ ਲਾ ਨਹੀਂ ਗੀ, ਨਾ ਲਾ ਨਾ ਦੁਲਾਈਆਂ। ਇਹ ਹੈਗਾ ਗੁਰ ਰੇ, ਜਿਸ ਤਰ੍ਹਾਂ ਹੈ ਹੁੰਦਾ ਜੁਗਾਦ ਗੁਰ ਹੈ। ਜਦੋਂ ਜੇ ਰੇ ਹੁੰਦਾ ਜਾਂ ਰਹਿ ਹੁੰਦਾ ਤੇ ਰਾਰੇ ਦੇ ਉੱਤੇ ਲਾ ਜਾਂ ਦੁਲਾਈਆਂ ਹੋਣੀਆਂ ਚਾਹੀਦੀਆਂ ਸੀ, ਇਹ ਨਹੀਂ ਆ। ਤੇ ਫਿਰ ਇਹ ਹੈ ਕਿ ਸਿਮਰੋ ਬਹੁਤ ਮੇਰਾ ਹੁਣ ਇੱਥੇ ਹੁੰਦਾ ਕਥੋ ਕਿਆ ਮੈਂ ਜੋਰ। ਪਹਿਲਾ ਹੈ ਅਕਥੋ, ਉਹਦੇ ਉੱਤੇ ਥੱਥੇ ਦੇ ਉੱਤੇ ਕਨੌੜਾ ਹੈ। ਕਨੌੜਾ ਹੈ ਜਿਹੜਾ ਕਥਿਆ ਨਹੀਂ ਗਿਆ ਪਾਸਟ ਟੈਂਸ, ਉਹਨੂੰ ਕਥੋ, ਇਹ ਇੰਪੈਰੇਟਿਵ ਆ। ਇਹ ਹੈਗਾ ਕਥੋ ਦੇ ਉੱਤੇ ਥੱਥੇ ਦੇ ਉੱਤੇ ਉੜਾ ਨਹੀਂ ਆ, ਥੱਥਾ ਤੇ ਊੜੇ ਦੇ ਥੱਲੇ ਔਂਕੜਿਆ। ਤੁਸੀਂ ਇਹ 3 ਵਾਵਲ ਨੇ। ਇੱਕ ਵਾਵਲ ਆ ਓ ਕਨੌੜਾ, ਫਿਰ ਹੋੜਾ ਉਹ, ਇੱਕ ਹੈ ਔਂਕੜ ਓ। ਇਹ 3 ਸੈਪਰੇਟ ਡਿਸਟਿੰਕਟ ਵਾਵਲ ਨੇ ਔਰ ਇਹਨਾਂ ਨੂੰ ਇਸੇ ਤਰ੍ਹਾਂ ਪੜ੍ਹਨਾ ਚਾਹੀਦਾ। ਕੋਈ ਨਹੀਂ ਪੜ੍ਹਦਾ, ਕੋਈ ਧਿਆਨ ਪੂਰੇ ਵਾਸਤੇ ਤੇ ਕੋਈ ਤਿਆਰ ਹੀ ਨਹੀਂ ਨਾ। ਸਾਡੀ ਸਮੱਸਿਆ ਜਿਹੜੀ ਹੈ ਕਿ ਮਤਲਬ ਕਈ ਮੈਨੂੰ ਕੀ ਕੀਤਾ ਜਾਏ। ਮੈਂ ਕਿਹਾ ਹੋਰ ਕੁਝ ਵੀ ਨਾ ਕਰੋ ਤੇ ਕਮ ਸੇ ਕਮ ਹੌਲੀ ਹੌਲੀ ਤੇ ਪੜ੍ਹੋ ਨਾ, ਇਹਨੇ ਨਾਲ ਹੀ ਕਾਫੀ ਤੁਹਾਡਾ ਠੀਕ ਹੋ ਜਾਏਗਾ। ਪੜ੍ਹਨ ਦੀ ਤੇ ਹੁਣ ਇਹ ਹੈ ਨਾ ਕਿ ਪੜ੍ਹਨ ਦਾ ਤੇ ਸਾਡੇ ਜਿਹੜਾ ਭਗਵਾਨ ਜੋਸ਼ ਨੇ ਗੱਲ ਕੀਤੀ ਹੈ ਗਿਆਨ ਦੀ ਲੋੜ, ਗਿਆਨ ਦੀ ਲੋੜ ਦਾ ਫਿਰ ਇੱਕ ਹੋਰ ਤਮਾਸ਼ਾ ਜਿਸ ਤਰ੍ਹਾਂ ਗੁਰੂ ਨਾਨਕ ਦੇ ਨਾਲ ਹੁਣ ਇਹ ਆ ਕਿ ਭਗਤ ਸਿੰਘ ਸ਼ਹੀਦ ਦਾ ਕਾਫੀ ਅੱਜ ਕੱਲ੍ਹ ਤਬਸਰਾ ਚੱਲਦਾ। ਇਸੇ ਹੀ ਫਿਲਹਾਲ ਦੇ ਇੱਕ ਲੇਖ ਆ
ਜਿਹਦੇ ਵਿੱਚ ਦੱਸਿਆ ਕਿ ਭਗਤ ਸਿੰਘ ਸ਼ਹੀਦ ਕਿੰਨੀਆਂ ਕਿਤਾਬਾਂ ਪੜ੍ਹਦਾ ਸੀ। ਇੱਕ ਥਾਂ ਤੇ ਲਿਖਿਆ ਆ ਕਿ ਉਹ ਜੇਲ੍ਹ ਵਿੱਚ ਕੈਦ 'ਚ 716 ਦਿਨ ਰਿਹਾ ਤੇ ਉਹਨੇ ਉਹਨਾਂ ਦਿਨਾਂ ਵਿੱਚ 300 ਕਿਤਾਬ ਪੜ੍ਹੀ। ਤੁਸੀਂ ਅੰਦਾਜ਼ਾ ਲਾਓ ਕਿ ਇੱਕ ਕਿਤਾਬ ਜੇ ਛੋਟੀ ਜਿਹੀ ਵੀ ਹੋਵੇ ਤੇ 50 ਸਫ਼ਿਆਂ ਦੀ ਹੋਏਗੀ, ਵੱਡੀ 100 ਦੀ ਜਾਂ 200 ਦੀ ਹੋਏਗੀ। ਮਤਲਬ ਇਹ ਆ ਕਿ ਜਿਹੜਾ ਬੰਦਾ ਇਹਦੇ ਉਤਰਾਂ ਜਿਸ ਤਰ੍ਹਾਂ ਪਾਠ ਕਰੀਦਾ, ਤੁਸੀਂ ਅਗਰ ਇੰਨੀਆਂ ਕਿਤਾਬਾਂ ਪੜ੍ਹਦੇ ਹੋ ਤੇ ਇਹਦਾ ਮਤਲਬ ਕੋਈ ਕਿਤਾਬ ਵੀ ਧਿਆਨ ਨਾਲ ਨਹੀਂ ਪੜ੍ਹੀ। ਮਤਲਬ ਇਹ ਆ ਕਿ ਕਿਤਾਬਾਂ ਤੇ ਜਿਹੜੀਆਂ ਵੱਡੀਆਂ ਗ੍ਰੰਥ ਨੇ ਉਹਦੇ 10-15 ਹੀ ਪੜ੍ਹ ਲਓ ਤੇ ਬਹੁਤ ਹੁੰਦੀਆਂ। ਹੁਣ ਮਾਰਕਸ ਦਾ ਜਿਹੜਾ 10 ਕੈਪੀਟਲ ਆ, ਜਿਹਦੀ ਹੁਣ ਗੱਲ ਕਰਦੇ ਵੀ ਬੜੇ ਮਾਰਕਸਿਸਟ ਸੀ ਤੇ ਇਹ ਸੀ, ਉਹਨੂੰ ਪੜ੍ਹਨ ਲੱਗਿਆ ਤੇ 5 ਸਾਲ ਲੱਗਦੇ ਨੇ। 3 ਵੋਲੀਮਾਂ 'ਚ ਆ ਉਹ ਕਿਤੇ ਉਹਨੂੰ ਫਟਾਫਟ ਹੀ ਪੜ੍ਹ ਲਿਆ, ਉਹ ਵੀ ਪੜ੍ਹ ਲਿਆ, ਉਹ ਵੀ ਪੜ੍ਹ ਲਿਆ, ਉਹ ਪੜ੍ਹ ਲਿਆ। ਇਹ ਜਿਹੜਾ ਇੱਕ ਰਿਵਾਜ ਹੈ, ਇਹ ਵੀ ਮੈਂ ਵੇਖਿਆ ਕਿ ਕਾਫੀ ਰਿਵਾਜ ਆ। ਕਈ ਵਾਰ ਮੈਂ ਲੈਕਚਰ ਸੁਣਿਆ ਵੀ ਜੋ ਭਗਤ ਸਿੰਘ ਹਰ ਵੇਲੇ ਹੱਥ 'ਚ ਉਹ ਕਿਤਾਬ ਫੜੀ ਹੁੰਦੀ ਸੀ। ਇਸੇ ਲੇਖ 'ਚ ਲਿਖਿਆ ਕਿ ਉਹਨੇ ਜੇਬ ਵਿੱਚ ਇੱਕ ਪਾਕਟ ਡਿਕਸ਼ਨਰੀ ਸੀ ਤੇ ਜਦੋਂ ਉਹਨੇ ਕਿਸੇ ਇੰਗਲਿਸ਼ ਦਾ ਵਰਡ ਦਾ ਸਮਝ ਨਹੀਂ ਸੀ ਆਉਂਦੀ ਤਾਂ ਉੱਥੋਂ ਵੇਖ ਲੈਂਦਾ। ਹੁਣ ਫਿਲਾਸਫੀ ਦੇ ਜਿਹੜੇ ਮਹਾਨ ਗ੍ਰੰਥ ਨੇ ਉਹ ਕਨਸੈਪਚੁਅਲ ਕੰਸਟਰਕਟਸ ਨੇ, ਉਹਨਾਂ ਨੂੰ ਛੋਟੀ ਜਿਹੀ ਡਿਕਸ਼ਨਰੀ ਦੇ ਨਾਲ ਕਿਸ ਤਰ੍ਹਾਂ ਸਮਝ ਆ ਜਾਊ ਸੀ। ਇਹ ਜਿਹੜਾ ਇਸੇ ਤਰ੍ਹਾਂ ਕੀ ਹੋ ਰਿਹਾ, ਸਾਡੇ ਜਿਹੜੇ ਪ੍ਰੋਫੈਸਰ ਨੇ ਬੜੇ ਉਹ ਲੇਖ ਲਿਖਦੇ ਨੇ, ਉਹਦੇ 'ਚ ਵੱਡੇ ਜਿਹੜੇ ਅੱਜ ਕੱਲ੍ਹ ਦੇ ਨਵੇਂ ਚਿੰਤਕ ਨੇ, ਫੂਕੋ, ਲਾਕਾਂ, ਦਰੀਦਾ, ਉਹਨਾਂ ਦੇ ਐਵੇਂ ਨਾਂ ਲੈ ਦਿੰਦੇ ਨੇ। ਹੁੰਦਾ ਕਿ ਕਿਸੇ ਨੇ ਵੀ ਕੋਈ ਧਿਆਨ ਨਾਲ ਕਿਤਾਬ ਨਹੀਂ ਪੜ੍ਹੀ, ਬਲਕਿ ਮੈਂ ਤਾਂ ਕਹਿੰਦਾ ਕਈਆਂ ਨੇ ਤਾਂ ਕਿਤਾਬ ਦੇ ਕਿਸੇ ਦੇ ਦਰਸ਼ਨ ਵੀ ਨਹੀਂ ਕੀਤੇ ਹੁੰਦੇ। ਉਹ ਕਿਤੇ ਖੁਲਾਸੇ 'ਚੋਂ ਜਿਹੜੇ ਇੱਕੋ ਕਿਤਾਬ 'ਚ ਸਾਰਿਆਂ ਦੇ ਥੋੜ੍ਹਾ ਬੜਾ 5-5 7-7 ਸਫ਼ੇ ਲਿਖੇ ਹੁੰਦੇ ਨੇ, ਉੱਥੋਂ ਪੜ੍ਹ ਲੈਂਦੇ। ਹੁਣ ਇਹ ਜਿਹੜਾ ਕੰਮ ਹੈ, ਮਤਲਬ ਜਿਹੜੀ ਭਗਵਾਨ ਜੋਸ਼ ਦੀ ਗੱਲ ਜਿਹੜੀ ਹੈ ਕਿ ਗਿਆਨ ਦੀ ਲੋੜ ਜਿਹੜੀ ਹੈ, ਉਹਦੇ ਵਾਸਤੇ ਗੁਰੂ ਸਾਹਿਬ ਦਾ ਸਤ, ਸੰਤੋਖ, ਸੰਜਮ ਤੇ ਸਹਿਜ ਦੀ ਲੋੜ ਹੈ। ਉਹ ਕਿਤਾਬਾਂ ਘਰ ਬੈਠ ਕੇ ਆਰਾਮ ਨਾਲ ਪੜ੍ਹੀ ਦੀਆਂ ਨੇ। ਉਹ 'ਚ ਟਾਈਮ ਲੱਗਦਾ, ਸਮਾਂ ਲੱਗਦਾ, ਸੋਚੀਦਾ। ਹੁਣ ਮੇਰੇ ਜਿਹੜੇ ਵਿਦਿਆਰਥੀ ਸੀ JNU 'ਚ, ਉਹ ਇੱਕ ਨਾਵਲ ਦੇ ਉੱਤੇ 4 ਸਾਲਾਂ ਦੇ ਵਿੱਚ ਥੀਸਿਸ ਲਿਖਦੇ ਸੀ। ਇੱਥੇ 14 ਜੀ ਪਾ ਲੈਂਦੇ। ਮੈਂ ਉਹਨਾਂ ਨੂੰ ਕਹਿਣਾ ਸਾਂ ਕਿ ਹਰ ਪੈਰਾ ਜਿਹੜਾ ਆ ਉਹਨੂੰ ਪੜ੍ਹੋ, ਧਿਆਨ ਨਾਲ ਪੜ੍ਹੋ ਤੇ ਉਹਦੇ ਤੇ ਤੁਹਾਨੂੰ ਕੀ ਲੱਗਾ ਉਹ ਨਾਲ ਨੋਟ ਕਰੋ। ਔਰ ਇੱਕ ਨਾਵਲ 200-300 ਸਫ਼ੇ ਦਾ, ਉਹਨੂੰ ਇਸ ਤਰ੍ਹਾਂ ਪੜ੍ਹਨ ਨਾਲ ਘੱਟ ਤੋਂ ਘੱਟ 8-9 ਮਹੀਨੇ ਚਾਹੀਦੇ ਆ, ਸਾਲ ਚਾਹੀਦਾ। ਫਿਰ ਉਹਨੂੰ ਦੂਰੀ ਵਾਰ ਅਗਲੇ ਸਾਲ ਫਿਰ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹਦੇ 'ਚ ਕੀ ਆ। ਹੁਣ ਗੁਰੂ ਗ੍ਰੰਥ ਸਾਹਿਬ ਦਾ ਹੀ ਆ, ਜੇ ਤੁਸੀਂ ਜਪਜੀ ਸਾਹਿਬ ਪੜ੍ਹਨਾ ਆ ਤੇ ਇੱਕ ਸ਼ਬਦ ਨੂੰ ਪੜ੍ਹੋ, ਧਿਆਨ ਨਾਲ ਪੜ੍ਹੋ, ਹੌਲੀ ਹੌਲੀ ਪੜ੍ਹੋ ਤੇ ਸਮਝ ਵੀ ਆ ਸਕਦੀ। 10-15 ਮਿੰਟਾਂ 'ਚ ਉਹਨੂੰ ਫਟਾਫਟ ਪੜ੍ਹ ਕੇ ਕੀ ਪਤਾ ਲੱਗੇਗਾ, ਉਹਦਾ ਫਾਇਦਾ ਕੀ ਹੋਏਗਾ। ਆਫਟਰ ਆਲ ਜੇ ਮਤਲਬ ਹੈ ਕਿ ਇਹਦੇ ਨਾਲ ਤਾਂ ਗੁਰੂ ਸਾਹਿਬ ਜੋ ਮਰਜ਼ੀ ਲਿਖ ਦਿੰਦੇ, ਜੇ ਪਾਠ ਹੀ ਕਰਨਾ ਸੀ। ਗੁਰੂ ਸਾਹਿਬ ਨੇ ਇੰਨੀ ਮਿਹਨਤ ਕੀਤੀ। ਤੁਸੀਂ ਗੁਰੂ ਅਰਜਨ ਦਾ ਵੇਖੋ ਕਿ ਗੁਰੂ ਭਾਈ ਗੁਰਦਾਸ ਲਿਖ ਰਿਹਾ ਸੀ ਤੇ ਥਾਂ ਥਾਂ ਦੇ ਉੱਤੇ ਆਉਂਦਾ ਸ਼ੁੱਧ ਕੀਚੇ। ਮਤਲਬ ਹੈ ਕਿ ਉਹ ਐਡੀਟਰ ਸਨ, ਸੰਪਾਦਕ ਸਨ, ਤੇ ਉਹ ਹਰ ਇੱਕ ਸ਼ਬਦ ਦੀ ਇੱਕ ਤੁਕ ਜਿਹੜੀ ਸੀ ਉਸਨੂੰ ਵੇਖਦੇ ਸਨ। ਇੱਥੋਂ ਤੱਕ ਜਿਹੜਾ ਹੋਰ ਵੀ ਕਈ ਤੇ ਬਾਣੀਆਂ ਵੱਖਰੀਆਂ ਹੁੰਦੀਆਂ, ਜਪਜੀ ਜਾਂ ਸਿੱਧ ਗੋਸ਼ਟ ਇਸ ਤਰ੍ਹਾਂ। ਫਿਰ ਹੈ ਕਿ ਕਦੀ ਇੱਕ ਸਫ਼ੇ ਪੰਨੇ ਦੇ ਉੱਤੇ ਕਈ ਸ਼ਬਦ ਹੁੰਦੇ ਨੇ ਤੇ ਕਈ ਹੋਰ ਨਾ ਗੁਰੂਆਂ ਦੇ, ਤੇ ਸਡਨਲੀ ਗੁਰੂ ਨਾਨਕ ਦਾ ਇੱਕ ਸ਼ਬਦ ਦੇ ਦਿੱਤੇ ਹੁੰਦੇ। ਮਤਲਬ ਇਹ ਹੈ ਕਿ ਉਹ ਐਡੀਟਿੰਗ ਕਰ ਰਹੇ ਨੇ ਵੀ ਕੀ ਹੋ ਰਿਹਾ ਤੇ ਗੁਰੂ ਨਾਨਕ ਸਾਹਿਬ ਦੇ ਇੱਥੇ ਕੀ ਵਿਚਾਰ ਨੇ ਸੀ। ਇਸ ਤਰ੍ਹਾਂ ਦੀ ਜਿਹੜੀ ਐਡੀਟਿੰਗ ਆ ਉਹ ਇੱਕ ਬਹੁਤ ਮਿਹਨਤ ਨਾਲ ਹੁੰਦੀ ਆ। ਉਹ ਪਾਠ ਕਰਨ ਵਾਸਤੇ ਨਹੀਂ ਐਡੀਟਿੰਗ ਕੀਤੀ, ਉਹ ਪੜ੍ਹਨ ਵਾਸਤੇ, ਸਮਝਣ ਵਾਸਤੇ, ਧਿਆਨ ਦੀ ਉੱਥੇ ਗਿਆਨ ਦੀ ਲੋੜ ਹੈ। ਗਿਆਨ ਦੀ ਲੋੜ ਦਾ ਮਸਲਾ ਹੈ, ਉਹ ਲੋਹ ਦੀ ਲੋੜ ਨਾਲ ਨਹੀਂ ਬਣ ਸਕਦਾ। ਲੋਹ ਦੀ ਲੋੜ ਤੇ ਆ ਕਿ ਹਰ ਵੇਲੇ ਤੁਸੀਂ ਕੋਈ ਜਰਾ ਗੱਲ ਹੋਵੇ ਤੇ ਜਜ਼ਬਾਤੀ ਹੋ ਜਾਓ। ਹੁਣ ਇਹੋ ਹੀ ਸਾਡੇ ਹੁਣ ਇਹ ਹੈ ਕਿ ਸਾਡੇ ਜਿਹੜੀ ਵਾਰਤਕ ਆ, ਜਿਸ ਤਰ੍ਹਾਂ ਇਹ ਨਾਵਲ ਆ ਹੁੰਦਾ, ਇਹ ਫਿਰ ਵੀ ਕੋਈ ਇੰਨੀ, ਭਾਵੇਂ ਭਗਵਾਨ ਜੋਸ਼ ਨੇ ਕਿਹਾ ਕਿ ਜਸਵੰਤ ਕੰਵਲ ਦੀ ਆਪਣੀ ਚੂੰਕਿ ਬੁੱਧੀ ਕੋਈ ਨਹੀਂ ਸੀ ਤੇ ਇਸ ਕਰਕੇ ਉਹਦੇ ਪਾਤਰ ਵੀ ਜਿਹੜੇ ਉਹਨਾਂ 'ਚ ਵੀ ਕੋਈ ਖਾਸ ਬੁੱਧੀ ਨਹੀਂ ਹੈਗੀ। ਮਤਲਬ ਹੈ ਕਿ ਉਹ ਸ਼ਹੀਦ ਹੋਣ ਨੂੰ ਤੇ ਤਿਆਰ ਨੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਕਾਹਦੇ ਵਾਸਤੇ ਸ਼ਹੀਦ ਹੋ ਰਹੇ ਨੇ, ਜਾਂ ਜਿਹੜਾ ਜਿਸ ਫਲਸਫੇ ਦੀ ਵਾਸਤੇ ਸ਼ਹੀਦ ਹੋ ਰਿਹਾ ਉਸ ਫਲਸਫੇ ਬਾਰੇ ਉਹਨਾਂ ਨੂੰ ਨਹੀਂ ਪਤਾ।
ਇਹ ਠੀਕ ਆ, ਲੇਕਿਨ ਇਹਦੇ ਬਾਵਜੂਦ ਵੀ ਮੈਂ ਕਹਿੰਦਾ ਕਿ ਜਦੋਂ ਅਸੀਂ ਨਾਵਲ ਜਾਂ ਵਾਰਤਕ ਲਿਖਦੇ ਆ ਤੇ ਉਹ ਕਾਫੀ ਲੰਬੀ ਹੁੰਦੀ ਆ, 50-60 ਸਫ਼ੇ, 100-200 ਨਾਵਲ ਵੱਡੇ ਹੁੰਦੇ ਨੇ। ਉਹਦੇ ਵਾਸਤੇ ਹੌਲੀ ਹੌਲੀ ਮਿਹਨਤ ਕਰਨੀ ਪੈਂਦੀ ਆ ਤੇ ਉਸ ਮਿਹਨਤ ਵਿੱਚ ਕਾਫੀ ਕੁਝ ਆ ਜਾਂਦਾ। ਮਤਲਬ ਮੈਂ ਸਮਝਦਾ ਵੀ ਇਹ ਸਾਡੇ ਨਾਵਲ ਜਿਹੜੇ ਨੇ ਵਾਰਤਕ ਦੇ ਜਿਹੜੇ ਨੇ ਉਹ ਕੋਈ ਮਾੜੇ ਨੇ। ਮਤਲਬ ਮੇਰੇ ਬੁੱਧੀ ਦੇ ਹਿਸਾਬ ਨਾਲ ਠੀਕ ਹੈ ਜੋ ਭਗਵਾਨ ਜੋਸ਼ ਨੇ ਕਿਹਾ, ਪਰ ਜੇ ਅਸੀਂ ਆਮ ਸਾਹਿਤ ਦੀ ਗੱਲ ਕਰੀਏ ਤੇ ਮੈਂ ਸਮਝਦਾ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਜਾਂ ਪਹਿਲੋਂ ਆਪਣੇ ਸੇਖੋਂ ਹੋਰੀ, ਮਤਲਬ ਇਹ ਚੰਗੇ ਲਿਖਾਰੀ ਸਨ। ਅੱਛਾ, ਹੁਣ ਇਹ ਹੈ ਕਿ ਜਦੋਂ ਜਿਹੜੀ ਕਵਿਤਾ ਹੈ ਸਾਡੀ ਉਹ ਬਹੁਤ ਮਾੜੀ ਆ, ਇਹਦੇ 'ਚ ਕੋਈ ਸ਼ੱਕ। ਵੱਡੇ ਤੋਂ ਵੱਡੇ ਵੀ ਕਵੀ ਜਿਹੜੇ ਨੇ ਉਹ ਬਿਲਕੁਲ ਐਵੇਂ ਹੀ ਨੇ। ਕਿਉਂਕਿ ਕਵਿਤਾ ਜਜ਼ਬਾਤੀ ਆ, ਆਦਰਸ਼ਵਾਦ ਆ। ਤੇ ਉਹ ਆਦਰਸ਼ਵਾਦ ਵੀ ਸਾਡਾ ਜਿਹੜਾ ਜਿੰਨੇ ਕਵੀ ਨੇ ਉਹਨਾਂ ਦਾ ਬਾਜੀ 15 ਸਾਲ ਦੀ ਕੋਈ ਕੁੜੀ ਹੁੰਦੀ ਹੈ ਨਾ ਸਕੂਲੇ ਪੜ੍ਹਦੀ, ਉਦੋਂ ਵੱਧ ਨਹੀਂ ਗਾ। ਮਤਲਬ ਹੈ ਕਿ ਬੁੱਧੀ ਦਾ ਕੋਈ ਤਾਲੁਕ ਨਹੀਂ ਗਾ। ਮਤਲਬ ਪੰਜਾਬੀ ਕਵਿਤਾ ਦੇ ਵਿੱਚ ਕਿਤੇ ਵੀ ਕੋਈ ਧਿਆਨ ਗਿਆਨ ਦੀ ਗੱਲ ਨਹੀਂ ਹੈਗੀ। ਸਹੀ, ਸਾਰੇ ਆਪਣੀਆਂ ਮਤਲਬ ਐਵੇਂ ਜਜ਼ਬਾਤੀ ਜਿਹੀਆਂ ਗੱਲਾਂ ਨੇ। ਇਸ ਕਰਕੇ ਉਹ ਸਾਹਿਤ ਦਾ ਕੋਈ ਖਾਸ ਮੁੱਲ ਨਹੀਂ। ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਕਿ ਜਿਹੜੇ ਸਾਡੇ ਕੁਝ ਨਾਵਲਿਸਟ ਪੰਜਾਬ ਦੇ ਚਲੋ ਲਿਖਾਰੀ ਉਹਦੇ 'ਚ ਭਾਵੇਂ ਤੁਸੀਂ ਜ਼ਰੂਰੀ ਨਹੀਂ ਕਿ ਪੰਜਾਬੀ ਦੇ ਵੀ ਹੋਣ, ਭਾਵੇਂ ਉਰਦੂ ਦੇ ਹੋਣ, ਭਾਵੇਂ ਵੀ ਹੋਣ, ਤਾਂ ਸਾਡੇ ਮੈਂ ਸਮਝਦਾ ਵੀ ਇਹ 2-3 ਮੈਂ ਨਾਂ ਲਏ ਨੇ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ, ਜਸਵੰਤ ਸਿੰਘ ਸੇਖੋਂ, ਤੇ ਉਧਰ ਆਪਣਾ ਫੈਜ਼ ਅਹਿਮਦ ਫੈਜ਼ ਜਾਂ ਮੰਟੋ, ਜਾਂ ਆਪਣੀ ਜਿਹੜੀ ਹੈਗੀ ਆ ਕੀ ਆ ਹਿੰਦੀ ਵਾਲੀ ਕ੍ਰਿਸ਼ਨਾ ਸੋਪਤੀ। ਕ੍ਰਿਸ਼ਨਾ ਸੋਪਤੀ ਨੇ ਭਾਵੇਂ ਹਿੰਦੀ 'ਚ ਲਿਖਿਆ, ਲੇਕਿਨ ਹਿੰਦੀ ਵੀ ਉਹਦੀ ਹਿੰਦੀ ਪੰਜਾਬੀ ਆ, ਤੇ ਉਹ ਬਹੁਤ ਵਧੀਆ ਪੰਜਾਬੀ ਜ਼ਿੰਦਗੀ ਦੇ ਉੱਤੇ ਉਹਨੇ ਸਾਰੇ ਉਹਦੇ ਪੰਜਾਬੀ ਜ਼ਿੰਦਗੀ ਕੀਤੇ ਨੇ। ਔਰ ਮੈਂ ਸਮਝਦਾ, ਮੈਂ ਤਾਂ ਇਸ ਤੱਕ ਵੀ ਕਹਿਣ ਨੂੰ ਤਿਆਰ ਹਾਂ ਕਿ ਇਹ ਸਾਰੇ ਜਿਹੜੇ ਸੀ ਇਹ ਨੋਬਲ ਪ੍ਰਾਈਜ਼ ਦੇ ਹੱਕਦਾਰ ਸਨ। ਕਿਉਂਕਿ ਤੁਸੀਂ ਅਗਰ ਦੇਖੋ ਕਿ ਕੀ ਹੋ ਰਿਹਾ, ਨੋਬਲ ਪ੍ਰਾਈਜ਼ ਕਿਸ ਤਰ੍ਹਾਂ ਮਿਲਦੇ ਨੇ ਪਿਛਲੇ 10 ਸਾਲਾਂ ਦੇ ਵਿੱਚ। ਪਹਿਲੀ ਗੱਲ ਤਾਂ ਹੈ ਕਿ ਹਰ ਸਾਲ ਦਿੰਦੇ ਨੇ। ਉਹ ਹਰ ਸਾਲ 'ਚ ਤੁਸੀਂ ਐਡਾ ਵੱਡਾ ਲਿਖਾਰੀ ਜਾਂ ਕੋਈ ਸਾਇੰਸਦਾਨ ਕਿੱਥੋਂ, ਮਤਲਬ ਕੋਈ ਬਹੁਤ ਸਿਧਾਂਤ ਵਾਲਾ ਕਿੱਥੋਂ ਪੈਦਾ ਕਰ ਸਕਦੇ? ਕਦੀ ਹੁੰਦਾ। ਫਿਰ ਇਹ ਆ ਕਿ ਜਿਹੜੇ ਪਿਛਲੇ 8-10 ਸਾਲਾਂ ਦੇ ਵੱਡਿਆਂ ਨੂੰ ਮਿਲੇ, ਹੈਮਿੰਗਵੇਲ ਨੂੰ ਮਿਲਿਆ, ਜਾਂ ਸਾਰਥ ਨੂੰ ਮਿਲਿਆ, ਕਾਮੇ ਨੂੰ ਮਿਲਿਆ, ਟੈਗੋਰ ਨੂੰ ਵੀ ਮਿਲਿਆ, ਉਹਦੇ ਚਲੋ ਮੰਨਣ ਵਾਲੀ ਗੱਲ। ਹੁਣ ਪਿਛਲੇ 8-10 ਸਾਲਾਂ 'ਚ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਲਿਟਰੇਚਰ 'ਚ ਮਿਲੇ ਨੇ, ਮੈਂ ਸਮਝਦਾ ਉਹਨਾਂ ਨਾਲੋਂ ਤੇ ਸਾਡੇ ਲਿਖਾਰੀ ਚੰਗੇ ਨੇ। ਇਹਨਾਂ ਦਾ ਸਿਰਫ ਇੰਨਾ ਹੀ ਕਸੂਰ ਆ ਵੀ ਇਹ ਪੱਛਮ 'ਚ ਨਹੀਂ ਸਨ, ਇਹਨਾਂ ਨੇ ਅੰਗਰੇਜ਼ੀ ਜਾਂ ਫਰੈਂਚ ਜਾਂ ਜਰਮਨ 'ਚ ਨਹੀਂ ਲਿਖਿਆ, ਤੇ ਉਹਨਾਂ ਦੀ ਕਲਚਰ ਵਿੱਚ ਉਹਦੇ ਨਾਲ ਆ। ਮਤਲਬ ਇਹ ਵੀ ਅਸੀਂ ਜਦੋਂ ਲੋਹ ਦੀ ਲੋੜ ਜਾਂ ਗਿਆਨ ਦੀ ਲੋੜ ਦੀ ਗੱਲ ਕਰਦੇ ਹਾਂ ਤਾਂ ਉਹਦੇ ਵੀ 2 ਪੱਖ ਨੇ, ਕੋਈ ਚੰਗੇ ਵੀ ਨੇ, ਕੋਈ ਮਾੜੇ ਵੀ ਨੇ। ਤੇ ਉਹਦੇ ਵਿੱਚ ਗਾਂ ਕਿਸ ਤਰ੍ਹਾਂ ਵਧਿਆ ਜਾ ਸਕਦਾ, ਉਹਦੇ ਸਭ ਤੋਂ ਮੈਂ ਕਹਿੰਦਾ ਵੀ ਇੱਕ ਫਾਰਮੂਲਾ ਤੇ ਬੜਾ ਹੀ ਸਿੰਪਲ ਆ। ਉਹ ਇਹ ਵੀ ਤੁਸੀਂ ਕਮ ਸੇ ਕਮ ਆਪਣੀ ਸਪੀਡ ਘੱਟ ਕਰ ਦਿਓ। ਪੜ੍ਹਨ ਦੀ ਸਪੀਡ ਜਿਹੜੀ ਆ, ਤੁਸੀਂ ਕਿਸੇ ਕਿਤਾਬ ਨੂੰ ਆਰਾਮ ਨਾਲ ਪੜ੍ਹੋ। ਇਹੋ ਵਿਧੀ ਮੈਂ ਉੱਥੇ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਸੀ, ਥੀਸਿਸ ਜਿਹੜੇ ਲਿਖਦੇ ਸੀ। ਇੱਕ ਕਿਤਾਬ ਦੇ ਉੱਤੇ ਅਗਰ ਤੁਸੀਂ ਕਈ ਵਾਰ ਇੱਕੋ ਹੀ ਕਿਤਾਬ ਤੇ ਲਿਖਣਾ ਥੀਸਿਸ, ਬਹੁਤ ਸਾਰਿਆਂ ਨੇ, ਮੈਂ ਕਿਹਾ ਬਹੁਤੀਆਂ ਕਿਤਾਬਾਂ ਲਿਖਣ ਦਾ ਮਤਲਬ ਕੋਈ ਨਹੀਂ। 10 ਕਿਤਾਬਾਂ ਦੇ ਲਿਖੋਗੇ ਤੇ 20 ਸਫ਼ੇ ਲਿਖੋਗੇ, ਇੱਕ ਕਿਤਾਬ ਦੇ ਲਿਖੋਗੇ ਤੇ 100 ਸਫ਼ਾ ਹੋਏਗਾ। ਮਤਲਬ ਹੈ ਕਿ ਹਰ ਇੱਕ ਪੈਰਾ ਪੜ੍ਹੋ, ਹਰ ਇੱਕ ਪੈਰੇ ਦੇ ਉੱਤੇ ਨੋਟ ਕਰੋ, ਤੇ ਉਹਦਾ ਆਪੇ ਮਤਲਬ ਹੈ ਕਿ ਠੀਕ ਹੈ ਕਿ ਸਮਝ ਦੀ ਲੋੜ ਹੈ, ਸਾਹਿਤ ਕੀ ਹੁੰਦਾ, ਇਹ ਫਿਲਾਸਫੀ ਕੀ ਹੁੰਦੀ ਹੈ, ਇਹੋ ਜਿਹੀਆਂ ਗੱਲਾਂ ਦੀ ਲੋੜ ਹੁੰਦੀ ਹੈ। ਪਰ ਗਤੀ ਅਗਰ ਧੀਮੀ ਹੋ ਜਾਏ, ਸਪੀਡ ਅਗਰ ਘੱਟ ਜਾਵੇ, ਤੇ ਇੰਨੇ ਨਾਲ ਹੀ ਤੁਹਾਨੂੰ ਗੁਰਬਾਣੀ ਦੀ ਵੀ ਸਮਝ ਚੰਗੀ ਤਰ੍ਹਾਂ ਆ ਜਾਏਗੀ। ਜੋ ਵੀ ਕੁਝ ਕਰਨਾ ਚੰਗੀ ਤਰ੍ਹਾਂ ਲਿਖੇਗਾ, ਤੇ ਉਂਝ ਵੀ ਤੁਸੀਂ ਆਰਾਮ ਨਾਲ, ਪਹਿਲਾਂ ਤੁਸੀਂ ਕਵਿਤਾ ਲਿਖਣ ਤੋਂ ਪਹਿਲਾਂ ਸੋਚੋ ਤਾਂ ਸਹੀ ਵੀ ਕਾਹਦੇ ਵਾਸਤੇ, ਕਿਉਂ ਲਿਖ ਰਹੇ। ਐਵੇਂ ਹੇਕਾਂ ਹੀ ਲਾਉਣ ਦਾ ਕੀ ਮਤਲਬ? ਐਵੇਂ ਜਜ਼ਬਾਤੀ ਉਹ ਹੋ ਜਾਏਗਾ, ਉਹ ਹੋ ਜਾਏਗਾ। ਇਹਦੇ ਨਾਲ ਇਹਦਾ ਕਿਸੇ ਤਰ੍ਹਾਂ ਵੀ ਗਿਆਨ ਦੀ ਲੋੜ ਨਾਲ ਸੰਬੰਧ ਨਹੀਂ ਹੈ। ਜਦੋਂ ਕਹਿੰਦੇ ਫਲਾਣਿਆਂ ਨੇ 500 ਕਿਤਾਬ ਪੜ੍ਹੀ, ਫਿਰ ਉੱਥੇ ਇੱਕ ਮਸ਼ਹੂਰ ਸੀ, ਜਦੋਂ ਮੈਂ ਪਟਿਆਲੇ ਆਇਆ ਤੇ ਇੱਕ ਬੜਾ ਬੁੱਧੀਜੀਵੀ, ਉਹਨੂੰ ਸਾਰੇ ਬੁੱਧੀਜੀਵੀ ਕਹਿੰਦੇ ਸੀ, ਹਾਲੀ ਵੀ ਉਹਨੂੰ ਬੁੱਧੀਜੀਵੀ ਬੜਾ ਮੰਨਦੇ ਨੇ। ਉਹ ਕੀ, ਉਹਦੇ ਹੱਥ 'ਚ ਕਿਤਾਬ, ਉਹ ਹਰ ਵੇਲੇ 2 ਕਿਤਾਬਾਂ ਹੱਥ 'ਚ ਫੜੀ ਫਿਰਦਾ ਸੀ। ਜਦੋਂ ਉਹਨੇ ਜਾਣਾ ਤੇ ਉਹ ਹੋਣਾ, ਤੇ ਉਹ ਸਵੇਰੇ ਜਦੋਂ ਤੁਰੇ ਫਿਰਦੇ ਉਹਨਾਂ ਕਿਤਾਬਾਂ ਪੜ੍ਹੀਆਂ।
मैं एक दिन उन्होंने पूछा, मैं तू पढ़िया ने की लिखा है नो आइडिया। फिर मैं उन्होंने अपने डिपार्टमेंट में उत्थे ला लिया रिसर्च असिस्टेंट। वो 15 साल पिछले रिसर्च असिस्टेंट ही रिटायर होया, उन्हें डक्का भर के पूरा किया। मतलब सी साडे एक ते दिखावा जिहड़ा ना वो बहुत एक जिन्होंने फेक स्कॉलर जिहड़े आ ने ਉਹਦੀ बहुत है। फिर है कि ये किताबां पढ़नियां, किताबां जिहड़ा जिन्नियां ज़्यादा किताबां पढ़ेगा ਇਹਦਾ मतलब ਉਹਨੂੰ कुछ भी समझ नहीं आई। ਉਹਦੀ ਤੇ जनरल नॉलेज एक किताबां ਦੀ जनरल नॉलेज वास्ते भी कि ਪਹਿਲੋਂ मैं कहना 2-4 दिन 5 दिन 10 दिन ਤੇ एक किताब ਤੇ ਉਂਝ ਹੀ ਲੱਗਦੇ ਨੇ। अगर ਤੁਸੀਂ ਨਾ ਵੀ ਬਹੁਤਾ ਧਿਆਨ ਨਾਲ ਪੜ੍ਹਨਾ ਹੋਵੇ ਤੇ ਉਹਦੇ ਵਿੱਚ ਕੀ ਲਿਖਿਆ ਆ, ਕੀ ਆ, ਕਿਹਦੇ ਬਾਰੇ ਆ, ਕਿਸ ਤਰ੍ਹਾਂ ਆ, ਇਹ ਵੀ ਅਗਰ ਤੁਹਾਨੂੰ ਪੁੱਛਿਆ ਜਾਵੇ ਵੀ ਇਸ ਕਿਤਾਬ ਵਿੱਚ ਕੀ ਲਿਖਿਆ ਤੇ ਇਹ ਵੀ ਸਮਝਣ ਵਾਸਤੇ 2-4-5 ਦਿਨ ਲੱਗਦੇ ਨੇ। ਤੇ ਜੇ ਤੁਸੀਂ ਕੁਝ ਇੰਨੀਆਂ ਕਿਤਾਬਾਂ ਪੜ੍ਹਨੀਆਂ, ਇੰਨੀਆਂ ਉਹਨੇ ਪੜ੍ਹੀਆਂ, ਉਹਦੇ ਨਾਲ ਬੜਾ ਮਹਾਨ ਚਿੰਤਕ ਹੋ ਗਿਆ। ਚਿੰਤਕ ਉਹ ਕਿੱਥੋਂ ਹੋ ਗਿਆ ਜੀ? ਅਸੀਂ ਇੰਨੇ ਚਿਰ ਤੋਂ ਇਹ ਤੇ ਅਸੀਂ ਮੰਨਣ ਨੂੰ ਤਿਆਰ ਆ ਕਿ ਉਹਦੀ ਬੜੀ ਕੁਰਬਾਨੀ ਸੀ। ਉਹ ਬੜਾ महान शहीद सी और उन्हें बड़ी कुर्बानी की थी आज़ादी की लहर में। ठीक है, ये कोई शक वाली गल नहीं। और उन्हें कई जनरेशनों को इंस्पायर किया, हुण भी इंस्पायर करते हैं। पर जिहड़ी गल नहीं उहदे च हुंदी उहदे च एवें ठोसन दा की लोड़ है? जिस तरह गुरु नानक नूं एक्स्ट्रोफिजिस्ट बनाउण दी की लोड़ है, जां आर्कीटैक्ट बनाउण दी की लोड़ है, जां आइनस्टाइन बनाउण दी की लोड़ है? उहदे नाल कोई गुरु नानक दी मतलब इस तरह ही हुण जे ये तो मनू तैयार हाँ कि असी भगत सिंह शहीद नूं पढ़ लिखण का शौक सी। ठीक है, वो पढ़िया लिखा भी सी, तो मार्क्सवादी भी कह सकते हैं, अगावधू सी, प्रोग्रेसिव सी, तो सब गल्लां ठीक ने। लेकिन वो कोई चिंतक तो नहीं सी ना। चिंतक होना एक बहुत होर गल है। ਉਹਦੇ कोई खास कुछ जरूरी नहीं भी हर एक बंदा हर एक चीज़ होवे। तो इस करके मैं लास्ट के उत्ते इन्ना ही बेनती करनी चाहना। फिर देखो जी, एक होर साडे अखीर ते साडियां यूनिवर्सिटियां की गल हुई सी प्रोफैसरां दी। हुण पिछे जिहा उन्हां दा रैंकिंग हुई यूनिवर्सिटियां की, ते पंजाब यूनिवर्सिटी जिहड़ी काफ़ी चंगी हुंदी सी अगे 10-15 पहिलियां 10 भारत दियां हिंदुस्तान दियां पहिलियां 10-15 यूनिवर्सिटियां च हुंदी तो आ जांदी सी। ऐतकी वो 44वीं ते आई, 44वीं नंबर होगा। तो साडियां पंजाब दी यूनिवर्सिटियां दा किते नां था ने। मतलब ये ते मतलब चंगी तरह वेख्या जाए तो इन्हां नूं यूनिवर्सिटियां भी कहना जिहड़ा आ वो यूनिवर्सिटी शब्द दी भी हद तक है। सोए क्यों हो रहा? एक तो है कि नियुक्ति भी हो जाती है। ਹੁਣ UGC ਦੇ ਹਿਸਾਬ ਨਾਲ ਜਿਹੜਾ ਇੱਕ ਵਾਰ ਬੰਦਾ ਲੈਕਚਰ ਬਣ ਜਾ ਉਹਨੇ ਪ੍ਰੋਫੈਸਰ ਰਿਟਾਇਰ ਹੋਣਾ, ਪਰ ਨਹੀਂ ਫੋਰ ਦਿਨ ਪੋਲਿਟਿਕਸ, ਕਦੀ ਉਹਦੀ ਲੱਤ ਖਿੱਚੋ, ਉਹਦੀ ਕਰੋ, ਆਹ ਕਰੋ, ਭੱਜੇ ਫਿਰੋ। ਮਤਲਬ ਕਿਉਂ ਪੰਜਾਬ ਯੂਨੀਵਰਸਿਟੀ ਵੀ ਹੋਏ ਹੋ ਰਿਹਾ, ਸਾਰੀਆਂ ਬਣ ਕੇ ਸੋਹਣੀਆਂ ਯੂਨੀਵਰਸਿਟੀਆਂ ਦੀ ਵੀ ਮਤਲਬ ਹਿੰਦੁਸਤਾਨ ਦੇ ਵਿੱਚ ਪੜ੍ਹਾਈ ਲਿਖਾਈ ਜਾਂ ਹਰ ਫੀਲਡ ਵਿੱਚ ਹੀ ਕਿਉਂ ਅਸੀਂ ਪਿੱਛੇ ਜਾ ਰਹੇ? ਕਿਉਂਕਿ ਅਸੀਂ ਧਿਆਨ ਨਾਲ ਜਿਹੜੇ ਬਣ ਕੇ ਸਾਡੀ ਪੁਰਾਣੀ, ਜਿਸ ਤਰ੍ਹਾਂ ਗੁਰੂ ਨਾਨਕ ਦੀ ਗੱਲ ਕੀਤੀ ਹੈ, ਸਾਡੇ ਵੇਦਾਂ ਸ਼ਾਸਤਰਾਂ ਵਿੱਚ ਸਾਡੇ ਵੱਡੇ ਵਿਆਕਰਨੀ ਹੋਏ, ਪਾਣੀ ਹੋਇਆ, ਪੱਥਰੀ ਹੋਏ, ਫਿਰ ਪੱਥਰੀ ਹਰੀ ਹੋਇਆ, ਫਿਰ ਉਹਦੇ ਬਾਅਦ ਬੁੱਧਿਸਟ ਬੜੇ ਵੱਡੇ ਦਿਗਨਾਗ ਧਰਮਾ ਕੀਤੀ। ਅਸੀਂ ਕਿਉਂ ਹੋਣਾ ਸੀ ਬਿਲਕੁਲ ਛੇ ਸ਼ਾਸਤਰ ਸੰਖਿਆ ਤੇ ਵਿਦਾਂਤ ਤੇ ਮੀਮਾਂਸਾ ਤੇ ਯੋਗ ਤੇ ਸੀ ਤੇ ਇਹਦੇ ਬਾਵਜੂਦ ਪਿੱਛੋਂ ਕੀ ਹੋਇਆ? ਪਿੱਛੋਂ ਬਿਲਕੁਲ ਖਤਮ ਹੋ ਗਿਆ। ਪਿਛਲੇ 2000 ਸਾਲ ਅਸੀਂ ਤਕਰੀਬਨ ਕੱਖ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਕਿ ਉਹ ਆਪਸ ਵਿੱਚ ਹੀ ਖਾਣਾ ਜੰਗੀ 'ਚ ਲੜਦੇ ਲੁੜਦੇ ਰਹੇ। ਸਾਨੂੰ ਜਿਹੜਾ ਮਰਜ਼ੀ ਬਾਹਰੋਂ ਆਉਂਦਾ ਸੀ ਉਹ ਸਾਡੇ ਤੇ ਰਾਜ ਕਰ ਲੈਂਦਾ ਸੀ। ਕਿਉਂ ਕਰ ਲੈਂਦਾ ਸੀ? ਕਿ ਉਹਨਾਂ ਕੋਲ ਸਾਡੇ ਨਾਲੋਂ ਹਥਿਆਰ ਚੰਗੇ ਸੀ। ਹਥਿਆਰ ਨਵੇਂ ਬਣਾਉਣੇ ਇਹ ਵੀ ਗਿਆਨ ਦੀ ਗੱਲ ਹੈ, ਇਹ ਸਿਰਫ ਜਜ਼ਬਾਤ ਦੀ ਗੱਲ ਨਹੀਂ। ਫਿਰ ਫੌਜ ਦੀ ਜਥੇਬੰਦੀ ਜਿਹੜੀ ਆ ਉਹ ਵੀ ਇੱਕ ਗਿਆਨ ਦੀ ਗੱਲ ਹੈ। ਕਿਸ ਤਰ੍ਹਾਂ ਉਹਨੂੰ ਫਿਰ ਲੜਾਈ ਕਿਸ ਤਰ੍ਹਾਂ ਲੜਨੀ ਆ, ਜਿੱਤਣਾ ਕਿਸ ਤਰ੍ਹਾਂ ਹੈ, ਫਿਰ ਰਾਜ ਕਿਸ ਤਰ੍ਹਾਂ ਕਰਨਾ ਹੈ, ਇਹ ਸਾਰੇ ਕੰਮ ਜਿਹੜੇ ਨੇ ਇਹ ਗਿਆਨ ਤੇ ਬੇਸਡ। ਸਾਡੇ ਕੋਲ ਕੁਝ ਨਹੀਂ ਸੀ, ਅਸੀਂ ਹਰ ਵੇਲੇ ਹਾਰਦੇ ਰਹੇ।
ਉੱਥੇ 200 400 1000 ਬੰਦਾ ਆ ਜਾਂਦਾ ਸੀ। ਉਹ ਨਾਲੇ ਪਹਿਲਾਂ ਲੁੱਟ ਕੇ ਲੈ ਗਿਆ, ਫਿਰ ਉੱਥੇ ਇੱਥੇ ਆ ਗਿਆ, ਫਿਰ ਰਾਜ ਕੀਤਾ। ਫਿਰ ਸਾਡੇ ਆਪਣੇ ਹੀ ਬੰਦੇ ਉਹਨਾਂ ਦੇ ਨਾਲ ਫਿਰਦੇ ਸੀ। ਬਲਕਿ 1500 ਸਾਲ ਅਸੀਂ ਥੋੜ੍ਹੀਆਂ ਬਹੁਤੀਆਂ ਇੱਥੇ ਸਕਰਮਿਸ਼ਿਸ ਮਾੜੀ ਮੋਟੀਆਂ ਕਿਸੇ ਨੇ ਕੋਈ ਕੀਤੀ, ਲੇਕਿਨ ਅਸੀਂ 1500 ਸਾਲ ਪਹਿਲੋਂ ਅੰਗਰੇਜ਼ਾਂ, ਪਹਿਲੋਂ ਮੁਸਲਮਾਨ ਆਏ, ਦੂਜੇ ਆਏ, ਮੁਗਲ ਆਏ, ਇਹ ਆਇਆ ਉਹ ਆਇਆ, ਫਿਰ ਅੰਗਰੇਜ਼ ਆਏ। ਉਹਨਾਂ ਦਿਨਾਂ 'ਚ ਅੰਗਰੇਜ਼ ਆਏ ਵੀ ਬੇੜੀਆਂ 'ਚ ਸੀ, ਕੋਈ ਉਹਨਾਂ ਕੋਲ ਬਹੁਤ ਜਹਾਜ਼ ਨਹੀਂ ਸੀ, ਥੋੜ੍ਹੇ ਜਿਹੇ ਹੀ ਸਨ। ਕੋਈ ਪਹਿਲੋਂ 100 ਸੀ, ਫਿਰ 1000 ਹੋ ਗਿਆ, ਫਿਰ ਉਹ 300 ਸਾਲ 200 ਸਾਲ ਹਿੰਦੁਸਤਾਨ ਤੇ ਰਾਜ ਕਰਦੇ ਆ। ਹੁਣ ਜੀ ਪੱਛਮ ਦਾ ਰਾਜ ਆ ਹਰ ਗੱਲ ਵਿੱਚ, ਕਿਉਂਕਿ ਰਾਜ ਤੇ ਗਿਆਨ ਨਾਲ ਹੀ ਹੋਣਾ, ਤੇ ਗਿਆਨ ਵਿੱਚ ਕੋਈ ਨਹੀਂ। ਹੁਣ ਅਖੀਰ ਤੇ ਪੰਜਾਬੀ ਬੋਲੀ ਦੀ ਗੱਲ ਕਰਦੇ, ਪੰਜਾਬੀ ਤੇ ਬੜਾ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਇਹਦਾ ਬੜਾ ਕੁਝ ਹੋ ਰਿਹਾ। ਮੈਂ ਕਹਿੰਦਾ ਪਹਿਲਾਂ ਤੇ ਕਿਹੜੀ ਪੰਜਾਬੀ ਦੀ ਗੱਲ ਕਰਦੇ? ਪਹਿਲੀ ਪੰਜਾਬੀ ਤੇ ਆ ਕਿ ਸਾਡੇ ਮਰਦਾਂ ਦੀ ਪੰਜਾਬੀ, ਜਿੱਥੇ 4 ਮੁੰਡੇ 4 ਬੰਦੇ ਇਕੱਠੇ ਹੋਣ, ਉਹ ਸਵਾਏ ਮਾਂ ਭੈਣ ਦੀਆਂ ਗਾਲਾਂ ਦੇ ਕੋਈ ਗੱਲ ਹੀ ਨਹੀਂ ਕਰਦੇ। ਉਹਨਾਂ ਦੀ ਬੋਲੀ ਇੰਨੀ ਗੰਦੀ ਆ ਕਿ ਸੁਣਨ ਨੂੰ ਜੀ ਨਹੀਂ ਕਰਦਾ ਜੀ। ਇਹ ਗਾਲਾਂ ਤੇ ਉਹਨਾਂ ਦਾ ਤਕੀਆ ਕਰਾਂ, ਫਿਰ ਇਹ ਵੀ ਨਹੀਂ ਵੀ ਕਿਸੇ ਨੂੰ ਕੱਢਦੇ ਨੂੰ, ਆਪਣੇ ਨੂੰ ਹੀ ਕੱਢੀ ਜਾਂਦਾ। ਖੁਸ਼ੀ ਜੀ ਮਤਲਬ ਹੈ ਕਿ ਇਹ ਬੋਲੀ ਦੀ ਪੱਧਰ ਹੈ। ਮੈਂ ਤੇ ਕਈ ਵਾਰ ਕਿਹਾ ਕਿ ਇਹਨਾਂ ਜਿੰਨੇ ਇਹੋ ਜਿਹੇ ਬੰਦੇ ਹੋਣ, ਉਹਨਾਂ ਦਾ ਮੂੰਹ ਬੰਦ ਕਰੋ ਔਰ ਉਹਨਾਂ ਨੂੰ 4 ਮਹੀਨੇ ਮੂੰਹ ਬੰਦ ਰੱਖੋ। ਫਿਰ ਉਹਨਾਂ ਨੂੰ ਕਹੋ ਆਪਣੀਆਂ ਮਾਵਾਂ ਭੈਣਾਂ ਕੋਲ ਜਾ ਕੇ ਤੇ ਬੋਲੀ ਸਿੱਖੋ, ਕੋਈ ਸਭਿਆ ਬੋਲੀ ਸਿੱਖੋ, ਇਹ ਗਾਲਾਂ ਕੱਢੋ ਵਿੱਚੋਂ ਇਹਨਾਂ ਦੇ। ਫਿਰ ਇਹ ਆ ਕਿ ਜਿਹੜੇ ਸਾਡੇ ਸ਼ੁਰੂ ਵਿੱਚ ਆਜ਼ਾਦੀ ਦੇ ਬਾਅਦ ਜਿਹੜੇ ਪੰਜਾਬੀ 'ਚ ਲਿਖਣਾ ਜਿਹਨਾਂ ਸ਼ੁਰੂ ਕੀਤਾ ਸੀ, ਤੇਜਾ ਸਿੰਘ ਸੀ, ਜੋਤ ਸਿੰਘ ਸੀ, ਸੇਖੋਂ ਸੀ, ਤਾਲਬ ਸੀ, ਹੋਰ ਇਹੋ ਜਿਹੇ ਸਨ, ਜਾਂ ਈਵਨ ਹਰਭਜਨ ਸਿੰਘ ਸੀ। ਇਹ ਸਾਰੇ ਦਾ ਜਿਹੜੇ ਗਿਆਨ ਦੀ ਬੋਲੀ ਸੀ ਉਹ ਅੰਗਰੇਜ਼ੀ ਸੀ। ਫਿਰ ਇਹਨਾਂ ਨੇ ਗਿਆਨ ਦੀ ਉੱਥੋਂ ਗਿਆਨ ਲਿਆ ਤੇ ਪੰਜਾਬੀ 'ਚ ਲਿਖਿਆ। ਉਹਨਾਂ ਦੀ ਪੰਜਾਬੀ 'ਚ ਜੋ ਲਿਖਿਓ ਕਿ ਪੰਜਾਬੀ ਬੋਲੀ ਆਪਣੇ ਆਪ ਵਿੱਚ ਕੋਈ ਨਹੀਂ ਨਾ, ਕੁਝ ਗਿਆਨ ਦੀ ਬੋਲੀ ਪੰਜਾਬੀ ਨਹੀਂ ਹੈ। ਹੁਣ ਵੀ ਇੰਟਰਨੈਟ ਆ, ਇੰਟਰਨੈਟ ਦੇ ਉੱਤੇ ਤੁਸੀਂ ਕਿਸੇ ਵੀ ਸਬਜੈਕਟ ਦੇ ਕਿਸੇ ਵੀ ਗੱਲ ਬਾਰੇ ਜੋ ਮਰਜ਼ੀ ਬੇਅੰਤ ਉੱਥੇ ਲਿਖਿਆ ਹੈ, ਤੁਹਾਨੂੰ ਮਿਲ ਜਾਂਦਾ, ਮਸਾਲਾ ਮਿਲ ਜਾਂਦਾ। ਲੇਕਿਨ ਉਹ ਸਾਰਾ ਅੰਗਰੇਜ਼ੀ 'ਚ ਆ। ਜਦੋਂ ਅੰਗਰੇਜ਼ੀ ਨਹੀਂ ਆਉਂਦੀ ਤਾਂ ਕੀ ਕਰੋਗੇ? ਇਸੇ ਕਰਕੇ ਅਸੀਂ ਪੜ੍ਹਨਾ ਬੰਦ ਕਰਤਾ। ਹੁਣ ਇਸੇ ਕਰਕੇ ਮੈਂ ਕਹਿੰਦਾ ਕਿ ਜਿਹੜਾ ਹੁਣ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਉਹ ਬਹੁਤ ਠੀਕ ਹੈ ਕਿ ਪਹਿਲੀ ਜਮਾਤ ਤੋਂ ਹੀ ਪੰਜਾਬੀ ਵੀ ਪੜ੍ਹੋ, ਨਾਲ ਅੰਗਰੇਜ਼ੀ ਵੀ ਪੜ੍ਹੋ, ਤਾਂ ਕਿ ਪੰਜਾਬੀ ਤੇ ਅੰਗਰੇਜ਼ੀ ਦਾ ਇੱਕ ਡਾਇਲੈਕਟਿਕਲ ਰਿਲੇਸ਼ਨ ਚੱਲਦਾ ਰਹੇ। ਬੱਚਿਆਂ ਨੂੰ ਆਪਣੀ ਮਾਂ ਬੋਲੀ ਵੀ ਉਹ ਸਿੱਖਣ ਤੇ ਨਾਲ ਗਿਆਨ ਦੀ ਬੋਲੀ ਵੀ ਸਿੱਖਣ, ਤਾਂ ਕਿ ਆਹਿਸਤਾ ਆਹਿਸਤਾ ਸਮਾਂ ਪਾ ਕੇ ਜਿਹੜੀ ਮਾਂ ਬੋਲੀ ਆ ਉਹ ਗਿਆਨ ਦੀ ਵੀ ਬੋਲੀ ਹੋ ਜਾਏ। ਤਾਂ ਕੀ ਹੋ ਸਕਦੀ ਹੈ ਨਾ, ਤੇ ਇਹ ਮਾਂ ਬੋਲੀ ਤੇ ਸੀ, ਇਸ ਕਰਕੇ ਸਾਡੀ ਬੋਲੀ ਆ ਚੰਗੀ ਆ, ਬਿਲਕੁਲ ਠੀਕ ਆ। ਮੈਂ ਆਪ ਚਾਹੁੰਦਾ ਕਿ ਪੰਜਾਬ ਦੀ ਹੋਣੀ ਚਾਹੀਦੀ ਆ, ਪਰ ਇਹ ਆਪਣੇ ਆਪ ਵਿੱਚ ਗਿਆਨ ਦੀ ਬੋਲੀ ਨਹੀਂ ਬਣ ਸਕਦੀ। ਗਿਆਨ ਦੀ ਬੋਲੀ ਦੇ ਨਾਲ ਸਾਰੀਆਂ ਬੋਲੀਆਂ 'ਚ ਅਖੀਰ ਤੇ ਪਹਿਲਾਂ ਸ਼ੁਰੂ 'ਚ ਗ੍ਰੀਕ ਹੁੰਦੀ ਸੀ, ਫਿਰ ਲੈਟਨ ਹੋਈ, ਫਿਰ ਸਾਰੀਆਂ ਬੋਲੀਆਂ ਹੋਈਆਂ। ਤਾਂ ਆਪਸ ਵਿੱਚ ਬੋਲੀਆਂ ਦਾ ਇੰਟਰੈਕਸ਼ਨ ਹੁੰਦਾ, ਉਹ ਇੱਕ ਬੋਲੀ ਦੂਜੀ ਬੋਲੀ ਚਲੋਂ ਲੈਂਦੇ ਆ। ਤੇ ਫਿਰ ਪਹਿਲੋਂ ਜਿਹੜੀਆਂ ਬੋਲੀਆਂ ਸੀ, ਪਹਿਲੋਂ ਸ਼ੁਰੂ 'ਚ ਗ੍ਰੀਕ ਸੀ ਤੇ ਲੈਟਨ ਵੀ ਬਹੁਤ ਮਾੜੀ ਸੀ। ਫਿਰ ਲੈਟਨ ਤੇ ਗ੍ਰੀਕ ਦੇ ਇੰਟਰੈਕਸ਼ਨ ਦੇ ਨਾਲ ਲੈਟਨ ਲਿਟਰੇਚਰ ਤੇ ਬੜੀ ਸਾਰੀ ਕਲਚਰ ਬਣ ਗਈ। ਫਿਰ ਲੈਟਨ ਤੇ ਜਿੰਨੀਆਂ ਫ੍ਰੈਂਚ, ਜਰਮਨ, ਇੰਗਲਿਸ਼ ਆ, ਇਹ ਇਹਨਾਂ ਦਾ ਡਾਇਲੈਕਟਿਕਲ ਰਿਲੇਸ਼ਨ ਲੈਟਨ ਨਾਲ ਹੁੰਦਾ ਸੀ। ਉਹਦੇ ਨਾਲ ਇੱਕ ਪਾਸੇ ਲੈਟਨ ਪੜ੍ਹਦੇ ਸੀ, ਇੱਕ ਪਾਸੇ ਫ੍ਰੈਂਚ ਤੇ ਜਰਮਨ ਪੜ੍ਹਦੇ ਸੀ, ਜਾਂ ਜਿਹੜੀ ਵੀ ਕੋਈ ਹੋਰ ਬੋਲੀ ਇਟਾਲੀਅਨ ਪੜ੍ਹਦੇ ਸੀ। ਤੇ ਹੌਲੀ ਹੌਲੀ ਇਹ ਬੋਲੀਆਂ ਵੀ ਜਿਹੜੀਆਂ ਨੇ ਗਿਆਨ ਦੀਆਂ ਬੋਲੀਆਂ ਬਣ ਗਈਆਂ। ਪੰਜਾਬੀ ਵੀ ਹਰ ਹਾਲਤ ਵਿੱਚ ਗਿਆਨ ਦੀ ਬੋਲੀ ਬਣ ਸਕਦੀ ਆ ਜੇ ਅਸੀਂ ਇਹਨੂੰ ਗਿਆਨ ਦੀਆਂ ਬੋਲੀਆਂ ਦੇ ਨਾਲ, ਜੇ ਤੁਹਾਨੂੰ ਫ੍ਰੈਂਚ ਨਹੀਂ ਆਉਂਦੀ ਤਾਂ ਕਮ ਸੇ ਕਮ ਅੰਗਰੇਜ਼ੀ ਤੇ ਪੜ੍ਹੋ ਨਾ, ਜੇ ਜਰਮਨ ਨਹੀਂ ਆਉਂਦੀ ਤੇ, ਕਿਉਂਕਿ ਇਹ ਹੁਣ ਵੇਖਣ ਵਾਲੀ ਗੱਲ ਹੈ ਕਿ 19ਵੀਂ ਸਦੀ ਦੇ ਜਿੰਨੇ ਫਿਲਾਸਫਰ ਹੋਏ ਬਹੁਤੇ ਵੱਡੇ, ਤੇ ਨੀਟਸ਼ੇ ਤੇ ਹਾਈਡੇਗਰ, ਸਾਰੇ ਜਰਮਨ ਦੇ ਨੇ। ਫਿਰ 20ਵੀਂ ਸਦੀ ਦੇ ਵਿੱਚ ਸਾਰੀ ਜਿਹੜੀ ਮੂਵਮੈਂਟ ਆ ਸਟਰਕਚਰਲਿਜ਼ਮ ਦੀ ਤੇ ਸਿਮਿਓਟਿਕਸ ਦੀ, ਸਾਰਟ ਤੇ ਕਾਮਿਊ ਤੇ ਲੈਵੀ ਸਟਰਾਸ ਤੇ ਫੂਕੋ ਤੇ ਲਾਕਾਂ, ਇਹ ਸਾਰੇ ਫ੍ਰੈਂਚ ਨੇ। ਜੇ ਤੁਸੀਂ ਫ੍ਰੈਂਚ ਪੜ੍ਹੋਗੇ, ਮੈਨੂੰ ਇੱਕੋ ਹੀ ਸੀ ਕਿ ਮੈਂ ਚੂੰਕਿ ਉੱਥੇ ਰਿਹਾ ਤੇ ਫ੍ਰੈਂਚ ਆਉਂਦੀ ਸੀ, ਤੇ ਮੈਂ ਉਹ ਕਿਉਂਕਿ ਜਿਸ ਬੋਲੀ 'ਚ ਲਿਖਿਆ ਹੁੰਦਾ ਉਸ ਬੋਲੀ ਦਾ ਆਪਣਾ ਇੱਕ ਸੁਭਾਅ ਵੀ ਹੁੰਦਾ, ਉਹਨੂੰ ਅਸੀਂ ਜਦੋਂ ਤਰਜਮਾ ਕਰਦੇ ਹਾਂ ਤਾਂ ਉਹ ਗੱਲ ਨਹੀਂ ਰਹਿੰਦੀ। JNU 'ਚ ਕਈ ਵਾਰ ਹੁੰਦਾ ਸੀ, ਮੈਂ ਕੁਝ ਕਹਿੰਦਾ ਸਾਂ ਫੂਕੋ ਬਾਰੇ, ਤੇ ਸਟੂਡੈਂਟਸ ਨੇ ਚੂੰਕਿ ਅੰਗਰੇਜ਼ੀ ਕਿਤਾਬ ਪੜ੍ਹਦੇ ਸੀ ਤਾਂ ਕਹਿੰਦੇ ਸੀ ਜੀ ਉੱਥੇ ਤੇ ਆ ਲਿਖਿਆ, ਮੈਂ ਉਹ ਵੇਖਣਾ ਕਿ ਉਹ ਬਿਲਕੁਲ ਤਰਜਮਾ ਗਲਤ ਹੁੰਦਾ ਸੀ। ਕਿਉਂਕਿ ਤਰਜਮਾ ਕਿੰਨਾ ਵੀ ਹੋਵੇ, ਉਹ ਕਹਿੰਦੇ ਸੀ ਤੁਸੀਂ, ਮੈਂ ਕਿਹਾ ਮੈਂ ਵੀ ਨਹੀਂ ਕਰ ਸਕਦਾ, ਕਿਉਂਕਿ ਕਿੰਨਾ ਵੀ ਬੰਦਾ ਨੇੜੇ ਰਵੇ, ਤਰਜਮਾ ਹੀ ਆ, ਉਹ ਅਸਲ ਨਹੀਂ ਹੋ ਸਕਦਾ। ਹੁਣ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਨ ਵਾਸਤੇ ਤੇ ਗੁਰੂ ਨਾਨਕ ਦੀ ਬਾਣੀ ਪੰਜਾਬੀ 'ਚ ਹੀ ਪੜ੍ਹੀ ਜਾ ਸਕਦੀ ਹੈ। ਅਸੀਂ ਵੀ ਕੀਤੇ ਨੇ, ਮੈਂ ਵੀ ਤਰਜਮਾ ਕੀਤਾ, ਲੇਕਿਨ ਉਹ ਤਰਜਮਾ ਤਾਂ ਉਹਨਾਂ ਵਾਸਤੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ।
ਨਹੀਂ ਜਾਂ ਥੋੜਾ ਬਹੁਤਾ ਤੁਸੀਂ ਵੇਖ ਲਓ, ਉਹਨੂੰ ਰਿਪਲੇਸ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਦੀ ਬਾਣੀ ਜਿਹੜੀ ਆ ਉਹ ਜਿਸ ਤਰ੍ਹਾਂ ਲਿਖੀ ਆ, ਜਿਸ ਤਰ੍ਹਾਂ ਦੀ ਪੰਜਾਬੀ ਆ, ਉਹਨੂੰ ਹੀ ਤੁਹਾਨੂੰ ਸਮਝਣਾ ਪੜੇਗਾ ਔਰ ਹੌਲੀ ਹੌਲੀ ਧਿਆਨ ਨਾਲ ਪੜ੍ਹਨਾ ਪਏਗਾ। ਸਤਿ ਸ੍ਰੀ ਅਕਾਲ, ਧੰਨਵਾਦ। ਡਾਕਟਰ ਸਾਹਿਬ, ਤੁਹਾਡੇ ਲੈਕਚਰ ਵਿੱਚ ਬਿਲਕੁਲ ਮੈਂ ਗਵਾਚ ਗਿਆ ਇਸ ਤਰ੍ਹਾਂ ਕਿ ਤੁਹਾਡੀਆਂ ਇੱਕ ਇੱਕ ਗੱਲ ਇੰਨੀ ਜ਼ਿਆਦਾ ਗੰਭੀਰਤਾ ਵਾਲੀ ਸੀ ਕਿ ਪਤਾ ਨਹੀਂ ਰਿਹਾ ਸਮੇਂ ਦਾ। ਪਰ ਖ਼ਾਸ ਤੌਰ ਦੇ ਉੱਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਕਿ ਜਦੋਂ ਤੁਸੀਂ ਕਿਹਾ ਕਿ ਪੰਜਾਬ ਦੇ ਖ਼ਾਸ ਤੌਰ 'ਤੇ ਨੌਜਵਾਨਾਂ ਦੀ ਭਾਸ਼ਾ ਜਿਹੜੀ ਆ ਉਹ ਇੰਨੀ ਗੰਦੀ ਹੋ ਚੁੱਕੀ ਆ ਕਿ ਸੁਣੀ ਨਹੀਂ ਜਾ ਸਕਦੀ, ਔਰ ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਇਸ਼ਾਰਾ ਕੀਤਾ ਕਿ ਆਪਣੀਆਂ ਮਾਵਾਂ ਭੈਣਾਂ ਕੋਲੋਂ ਜਾ ਕੇ ਉਹ ਪੰਜਾਬੀ ਸਿੱਖਣ ਜਾਂ 4 ਮਹੀਨੇ ਚੁੱਪ ਰਹਿਣ, ਮੂੰਹ ਬੰਦ ਰੱਖਣ ਅਤੇ ਹੌਲੀ ਹੌਲੀ ਉਹ ਪੰਜਾਬੀ ਬੋਲਣੀ ਸਿੱਖਣ। ਅਤੇ ਇਹਦੇ ਵਿੱਚ ਬਹੁਤ ਵੱਡਾ ਸੰਕੇਤ ਹੈ ਸਾਨੂੰ, ਜਿਸ ਅਸੀਂ ਪੰਜਾਬ ਨੂੰ ਜਿਸ ਇੱਕ ਖੱਡ ਵਿੱਚ ਸੁੱਟ ਲਿਆ ਉਹਦੇ ਵਿੱਚੋਂ ਬਾਹਰ ਕੱਢਣ ਲਈ ਕਿ ਸਭ ਤੋਂ ਪਹਿਲਾਂ ਅਸੀਂ ਆਪਣੀ ਪੰਜਾਬੀ ਜ਼ੁਬਾਨ ਪ੍ਰਤੀ ਤਾਂ ਸੱਚੇ ਹੋਈਏ। ਅਤੇ ਡਾਕਟਰ ਸਾਹਿਬ ਨੇ ਸਾਡੇ ਲਈ ਸਮਾਂ ਕੱਢਿਆ। ਡਾਕਟਰ ਸਾਹਿਬ ਦਾ ਧੰਨਵਾਦ ਤਾਂ ਕਹਿਣ ਦੀ ਗੱਲ ਅਸੀਂ ਕਰ ਨਹੀਂ ਸਕਦੇ, ਧੰਨਵਾਦ ਉਹਨਾਂ ਦਾ। ਅਤੇ ਉਹਨਾਂ ਦੇ ਨਾਲ ਇਹ ਜਿਹੜਾ ਅੱਜ ਦਾ ਲੈਕਚਰ ਪ੍ਰੋਫੈਸਰ ਦਾ ਜਿਹੜੇ ਸਾਜ਼ਗਾਰ ਹੋ ਸਕਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਮਨਜਿੰਦਰ ਸਿੰਘ, ਉਹਨਾਂ ਨੂੰ ਅਸੀਂ ਇਹ ਜ਼ਿੰਮਾ ਲਾਇਆ ਸੀਗਾ। ਉਹਨਾਂ ਨੇ ਸਮੇਂ ਸਿਰ ਆ ਕੇ ਇਹ ਲੈਕਚਰ ਦੇ ਵਿੱਚ ਟੈਕਨੀਕਲ ਜਿਹੜੀ ਆ ਸਹਾਇਤਾ ਸਾਡੀ ਕੀਤੀ ਹੈ ਅਤੇ ਸਾਡਾ ਇਹ ਲੈਕਚਰ ਹੋ ਸਕਿਆ। ਅਤੇ ਇੱਕ ਡਾਕਟਰ ਸਾਹਿਬ ਨੂੰ ਮੈਂ ਗੱਲ ਦੱਸਣੀ ਚਾਹੁੰਦਾ ਕਿ ਬਹੁਤ ਸਾਰੇ ਵਿਦਿਆਰਥੀ ਉਹਨਾਂ ਨੇ ਮੈਸੇਜ ਰਾਹੀਂ ਡਾਕਟਰ ਸਾਹਿਬ ਨੂੰ ਆਪਣਾ ਪਿਆਰ ਭੇਜਿਆ। ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਅਤੇ ਖ਼ਾਸ ਤੌਰ 'ਤੇ ਉੱਥੋਂ ਦੇ ਹਿਸਟਰੀ ਦੇ ਪ੍ਰੋਫੈਸਰ ID ਗੌਡ, ਉਹਨਾਂ ਨੇ ਬਹੁਤ ਜ਼ਿਆਦਾ ਸਤਿਕਾਰ ਅਤੇ ਪਿਆਰ ਭੇਜਿਆ ਡਾਕਟਰ ਸਾਹਿਬ ਨੂੰ ਕਿ ਮੇਰੇ ਵੱਲੋਂ ਕਨਵੇ ਕਰ ਦਿਓ। ਅਤੇ ਔਰ ਇਹਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਤੋਂ, ਪ੍ਰੋਫੈਸਰ ਰਾਜਕੁਮਾਰ ਹਾਂਸ, ਉਹਨਾਂ ਨੇ ਵੀ ਡਾਕਟਰ ਸਾਹਿਬ ਨੂੰ ਪਿਆਰ ਭੇਜਿਆ। ਅਤੇ ਇਸ ਪ੍ਰੋਗਰਾਮ ਲਈ, ਇਸ ਲੈਕਚਰ ਨੂੰ ਟੈਕਨੀਕਲੀ ਲੋਕਾਂ ਤੱਕ ਪਹੁੰਚਾਉਣ ਲਈ ਆਪਣੇ ਫਗਵਾੜੇ ਦੇ ਪਰਮਿੰਦਰ, ਹਰਪ੍ਰੀਤ, ਜਸਕਰਨ, ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਕਮਲੇਸ਼ ਅਤੇ ਸਾਡੇ ਮੈਡਮ ਹਰਮੀਤ ਕੌਰ ਜੀ, ਉਹਨਾਂ ਨੇ ਕਈ ਦਿਨ ਲਾ ਕੇ ਕਈ ਤਰ੍ਹਾਂ ਦੀਆਂ ਛੋਟੀ ਛੋਟੀਆਂ ਗੱਲਾਂ ਦੇ ਵਿੱਚ ਇਹਨੂੰ ਕਾਮਯਾਬ ਬਣਾਉਣ ਲਈ ਮਿਹਨਤ ਕੀਤੀ। ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਡਾਕਟਰ ਸਾਹਿਬ ਦਾ ਅੱਜ ਦਾ ਜਿਹੜਾ ਇਹ ਲੈਕਚਰ ਹੈ ਅਸੀਂ ਡੈਡੀਕੇਟ ਕੀਤਾ ਸੀਗਾ ਉਹਨਾਂ ਦੇ ਹੀ ਅਧਿਆਪਕ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਨੂੰ, ਅਤੇ ਅਸੀਂ ਉਹਨਾਂ ਨੂੰ ਵੀ ਅੱਜ ਯਾਦ ਕਰ ਰਹੇ ਹਾਂ ਇਸ ਲੈਕਚਰ ਦੇ ਉੱਤੇ। ਅਤੇ ਅੱਜ ਦਾ ਇਹ ਆਗਾਜ਼ ਹੈ ਸਾਡਾ, ਡਾਕਟਰ ਸਾਹਿਬ ਨੇ ਬਹੁਤ ਚੰਗੇ ਤਰੀਕੇ ਨਾਲ ਇਸ ਪੰਜਾਬ ਦਰਸ਼ਨ ਦਾ ਉਦਘਾਟਨ ਕੀਤਾ ਅਤੇ ਸਾਡੇ ਸਾਰੇ ਦਰਸ਼ਕ, ਸਾਡੇ ਸਰੋਤੇ ਤੋਂ ਬਹੁਤ ਜ਼ਿਆਦਾ ਲਾਹਾ ਲੈਣਗੇ। ਔਰ ਮੇਰਾ ਖਿਆਲ ਹੈ ਜਿਹੜੀ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਆ ਕਿ ਪੜ੍ਹਨਾ ਤਾਂ ਠੀਕ ਹੈ, ਪੜ੍ਹਨ ਦੀ ਸਪੀਡ ਜਿਹੜੀ ਆ ਉਹ ਸਾਨੂੰ ਜ਼ਰੂਰ ਘੱਟ ਰੱਖਣੀ ਚਾਹੀਦੀ ਆ। ਇਹਦੇ ਵਿੱਚ ਸਾਰਾ ਜਿਹੜਾ ਗੁਰੂ ਨਾਨਕ ਦਾ ਸੰਦੇਸ਼ ਵੀ ਆ ਜਾਂਦਾ, ਬੁੱਧ ਦਾ ਸੰਦੇਸ਼ ਵੀ ਆ ਜਾਂਦਾ, ਜਿਵੇਂ ਸਹਿਜ, ਸੰਤੋਖ ਅਤੇ ਖ਼ਾਸ ਤੌਰ 'ਤੇ ਧਿਆਨ। ਮੈਨੂੰ ਯਾਦ ਹੈ ਕਿ ਛੋਟੇ ਹੁੰਦਿਆਂ ਸਾਡੇ ਮਾਪੇ ਉਹ ਇੱਕ ਪਾਣੀ ਦੀ ਬਾਲਟੀ ਨਾਲ ਕਿਤੋਂ ਲਿਆਉਣ ਲਈ ਕਹਿੰਦੇ ਸੀਗੇ ਅਤੇ ਨਾਲ ਕਹਿੰਦੇ ਧਿਆਨ ਨਾਲ ਜਾਈਂ, ਧਿਆਨ ਨਾਲ ਆਈਂ। ਅਤੇ ਅਸੀਂ ਉਸ ਧਿਆਨ ਤੋਂ ਟੁੱਟ ਚੁੱਕੇ ਹਾਂ, ਅਸੀਂ ਉਸ ਸਹਿਜ ਤੋਂ ਵੀ ਟੁੱਟ ਚੁੱਕੇ ਹਾਂ ਅਤੇ ਸੰਤੋਖ ਵੀ ਸਾਡੇ ਵਿੱਚ ਖਤਮ ਹੋ ਚੁੱਕਿਆ। ਅਤੇ ਜੇ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਸ਼ਾਇਦ ਅਸੀਂ ਪੰਜਾਬ ਨੂੰ ਇਸ ਸੰਕਟ 'ਚੋਂ ਅਸੀਂ ਬਾਹਰ ਕੱਢ ਸਕਾਂਗੇ। ਅਤੇ ਇਹਨਾਂ ਗੱਲਾਂ ਨਾਲ ਹੀ ਡਾਕਟਰ ਸਾਹਿਬ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਅਗਲੇ ਲੈਕਚਰ ਲਈ ਪਾਕਿਸਤਾਨ ਤੋਂ ਇੱਕ ਬਹੁਤ ਓਰਲ ਹਿਸਟਰੀ ਦੇ ਮਾਹਿਰ ਨੈਣ ਸੁਖ ਜੀ, ਅਤੇ ਜਿਨ੍ਹਾਂ ਦਾ ਡਾਕਟਰ ਸਾਹਿਬ ਨੇ ਨਾਂ ਲਿਆ ਡਾਕਟਰ ਭਗਵਾਨ ਜੋਸ਼ ਜੀ, ਅਤੇ ਇਸ ਤਰ੍ਹਾਂ ਦੇ ਹੋਰ ਪ੍ਰਮੁੱਖ ਜਿਹੜੇ ਸਾਡੇ ਹਸਤੀਆਂ ਹੈਗੀਆਂ ਵਿਦਵਤਾ ਦੇ ਖੇਤਰ ਵਿੱਚ, ਉਹਨਾਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ। ਅਤੇ ਜਦੋਂ ਵੀ ਸਾਡਾ ਕਿਸੇ ਨਾਲ ਸੰਪਰਕ ਹੁੰਦਾ ਅਤੇ ਥੋੜ੍ਹਾ ਜਿਹਾ ਅਸੀਂ ਵੀ ਉਸ ਸਪੀਡ ਦਾ ਖਿਆਲ ਰੱਖਾਂਗੇ। ਇਸ ਤਰ੍ਹਾਂ ਨਹੀਂ ਹੈ ਵੀ ਰੋਜ਼ ਹੀ ਲੈਕਚਰ ਅਸੀਂ 10-15 ਦਿਨ ਦਾ ਗੈਪ ਪਾ ਕੇ
ਇਹ ਕਰਿਆ ਕਰਾਂਗੇ। ਅਸੀਂ ਵੀ ਸਭ ਡਾਕਟਰ ਸਾਹਿਬ ਤੋਂ ਇੱਕ ਸਬਕ ਸਿੱਖ ਲਿਆ ਕਿ ਕੋਈ ਵੀ ਚੀਜ਼, ਜਿਵੇਂ ਪੰਜਾਬੀ ਕਹਿੰਦੇ ਆ 2 ਪੈਰ ਘੱਟ ਤੁਰਨਾ, ਪਰ ਤੁਰਨਾ ਅਸੀਂ ਮੜਕ ਨਹੀਂ ਰੱਖਾਂਗੇ, ਤੁਰਨਾ ਹਲੀਮੀ ਦੇ ਨਾਲ। ਅਸੀਂ ਹਲੀਮੀ ਦੇ ਨਾਲ ਤੁਰਦੇ ਜਾਵਾਂਗੇ ਤੇ ਸਾਰਿਆਂ ਦਾ ਸਾਥ ਸਾਨੂੰ ਪਿਆਰ ਮਿਲਦਾ ਰਹੂਗਾ। ਬਹੁਤ ਬਹੁਤ ਸਾਰਿਆਂ ਦੀ ਮਿਹਰਬਾਨੀ, ਖਾਸ ਤੌਰ ਤੇ ਡਾਕਟਰ ਸਾਹਿਬ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਖੁਦਾ ਮੋਢੇ